ਤਦੈ ਧਰਮ ਧਰੇ ਧਰਮਾਪੁਰ। ਗੁਣਕਾਰੀ ਮਨ ਧੀਰਾ ਤਦੈ ਧੂੜ ਪੜੈ ਮੁਖ ਮਸਤਕ। ਕੰਚਨ ਭਏ ਮਨੂਰਾ ਧਨ ਧਰਣੀ ਧਰ ਆਪ ਅਜੋਨੀ। ਤੋਲ ਬੋਲ ਸਚ ਪੂਰਾ ਕਰਤੇ ਕੀ ਮਿਤ ਕਰਤਾ ਜਾਣੈ। ਕੈ ਜਾਣੈ ਗੁਰ ਸੂਰਾ ਗਿਆਨ ਗਵਾਇਆ ਦੂਜਾ ਪਾਇਆ। ਗਰਭ ਗਲੇ ਬਿਖ ਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ। ਗਹਿਰ ਗੰਭੀਰ ਗਵਾਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ। ਮਨ ਤਨ ਸਾਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ। ਆਪੇ ਅੰਮ੍ਰਿਤ ਪੀ ਆਇਆ ਗੁਰ ਸੱਚ ਕਹਿਆ ਅੰਮ੍ਰਿਤ ਲਹਿਆ। ਮਨ ਤਨ ਸਾਚ ਸੁਖਾਇਆ ਆਪੇ ਗੁਰਮੁਖ ਆਪੇ ਦੇਵੈ। ਆਪੇ ਅੰਮ੍ਰਿਤ ਪੀ ਆਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਿੰਨ ਦਾ ਉਚਾਰਨ ਕੀਤੀ ਹੋਈ ਪਾਵਨ ਬਾਣੀ ਓੰਕਾਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਕ 929 ਉੱਪਰੋਂ ਆਰੰਭ ਹੁੰਦੀ ਹੈ। ਇਸ ਬਾਣੀ ਦਾ ਤੀਜਾ ਤੇ ਚੌਥਾ ਪਦਾ ਜੋ ਆਪ ਜੀ ਨੇ ਬੜੇ ਪਿਆਰ ਸਤਿਕਾਰ ਸਹਿਤ ਸ਼ਰਵਣ ਕੀਤਾ ਹੈ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦਿਆਂ ਆਖਦੇ ਹਨ, ਜਿਵੇਂ ਪਾਂਡੇ ਉਪਦੇਸ਼ ਦੇਣ ਵੇਲੇ ਆਪਣੇ ਸਿਖਾਂਦਰੂਆਂ ਨੂੰ ਆਪਣੇ ਸਿਖਿਆਰਥੀਆਂ ਨੂੰ ਸਿਖਾਉਣ ਵੇਲੇ ਉਹਨਾਂ ਨੂੰ ਪੂਰਨੇ ਪਾ ਕੇ ਦਿੰਦੇ ਸਨ ਔਰ ਉਹਨਾਂ ਪੂਰਨਿਆਂ ਦੇ ਮੁਤਾਬਕ ਉਹਨਾਂ ਵਿਦਿਆਰਥੀਆਂ ਨੂੰ ਉਹਨਾਂ ਦੇ ਉੱਪਰ ਲਿਖਣਾ ਪੈਂਦਾ। ਮੁਹਾਰਨੀ ਲਿਖ ਕੇ ਦਿੰਦੇ ਜਿਸ ਦੇ ਅੱਗੇ ਉਹਨਾਂ ਦੇ ਸਿਖਾਂਦਰੂ ਵਿਦਿਆਰਥੀ ਜਿਹੜੇ ਸਨ ਉਹ ਅੱਗੇ ਅੱਗੇ ਉਸ ਨੂੰ ਰਿਪੀਟ ਕਰਦੇ ਲਿਖਦੇ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕੁਝ ਉਸੇ ਹੀ ਤਰਜ਼ ਉੱਪਰ ਇਸ ਸਮੁੱਚੀ ਬਾਣੀ ਦੀ ਦਾਤਾਰ ਜੀ ਰਚਨਾ ਕਰਦੇ ਹਨ। ਕਿਉਂਕਿ ਇਸ ਪੰਕਤੀ ਦਾ ਜੋ ਰਹਾਉ ਵਾਲੀ ਪੰਕਤੀ ਹੈ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਅੱਜ ਦੇ ਪਾਵਨ ਇਸ ਬੰਦ ਦੇ ਅੰਦਰ ਤੀਸਰੇ ਬੰਦ ਵਿੱਚ ਧੱਦੇ ਸ਼ਬਦ ਨਾਲ ਉਚਾਰਨ ਕਰਦੇ ਹਨ। ਧੱਦੈ ਧਰਮ ਧਰੇ ਧਰਮਾਪੁਰ। ਧਰਮਾਪੁਰ ਦਾ ਅਰਥ ਹੈ ਸਤ ਸੰਗਤ। ਕਹਿੰਦੇ ਗੁਰੂ ਸਤ ਸੰਗਤ ਦੇ ਅਸਥਾਨ ਵਿੱਚ
ਧਰਮ ਦਾ ਉਪਦੇਸ਼ ਦਿੰਦਾ ਹੈ। ਧਰਮ ਦਾ ਅਰਥ ਹੈ ਰੱਬੀ ਨਿਯਮ, ਰੱਬੀ ਕਾਇਦੇ ਕਾਨੂੰਨ, ਸੱਚ ਨੂੰ ਪਾਉਣ ਦੀ ਜੁਗਤ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਇਹ ਸਾਰੇ ਸੰਸਾਰ ਨੂੰ ਇੱਕ ਥਾਂ ਤੇ ਗੁਰੂ ਨਾਨਕ ਮਹਾਰਾਜ ਨੇ ਧਰਮਸ਼ਾਲ ਆਖਿਆ ਹੈ। ਜਦੋਂ ਆਪ ਪੜ੍ਹਦੇ ਹੋ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਅੱਗੇ ਸ਼ਬਦ ਆਉਂਦਾ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਸ ਦਾ ਅਰਥ ਵਿਦਵਾਨ ਜਨਾਂ ਨੇ ਕੀਤਾ ਹੈ ਵੀ ਇਹ ਧਰਤੀ ਧਰਮ ਕਮਾਉਣ ਦੀ ਥਾਂ ਹੈ। ਇੱਥੇ ਅਕਾਲ ਪੁਰਖ ਵਾਹਿਗੁਰੂ ਦੇ ਨਿਯਮ ਤੇ ਕਾਨੂੰਨ ਕਾਇਦੇ ਚੱਲਦੇ ਨੇ। ਇੱਥੇ ਰਹਿ ਕੇ ਇਨਸਾਨ ਸੁਚੱਜਾ ਜੀਵਨ ਜੀ ਸਕਦਾ ਹੈ। ਦਾਤਾਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੇ ਅੰਦਰ ਫਿਰ ਇੱਕ ਧਰਮਸ਼ਾਲ ਸ਼ਬਦ ਸਤ ਸੰਗਤ ਵਾਸਤੇ ਵੀ ਆਇਆ ਹੈ। ਮੈਂ ਬੱਧੀ ਸੱਚ ਧਰਮਸ਼ਾਲ ਹੈ, ਗੁਰਸਿੱਖਾਂ ਲਹਿੰਦਾ ਭਾਲ ਕੈ। ਦਾਤਾਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਪਹਿਲੀ ਸੰਸਥਾ ਕਾਇਮ ਕੀਤੀ ਏ ਉਸ ਨੂੰ ਅਸੀਂ ਧਰਮਸ਼ਾਲ ਆਖਦੇ ਹਾਂ। ਧਰਮਸ਼ਾਲ ਦਾ ਭਾਵ ਸੀ ਜਿਸ ਨੂੰ ਅੱਜ ਆਪਾਂ ਗੁਰਦੁਆਰਾ ਸਾਹਿਬ ਆਖਦੇ ਹਾਂ। ਇਸ ਦਾ ਪੁਰਾਤਨ ਨਾਮ ਆਰੰਭ ਵੇਲੇ ਦਾ ਧਰਮਸ਼ਾਲ। ਧਰਮਸ਼ਾਲ ਇਸ ਨੂੰ ਇਸ ਕਰਕੇ ਕਿਹਾ ਜਾਂਦਾ ਸੀ, ਸ਼ਾਲ ਦਾ ਅਰਥ ਹੁੰਦਾ ਹੈ ਘਰ, ਧਰਮ ਦਾ ਘਰ, ਧਰਮ ਸਿੱਖਣ ਦੀ ਥਾਂ, ਧਰਮ ਨੂੰ ਕਮਾਉਣ ਦਾ ਵਸੀਲਾ। ਸਤਿਗੁਰਾਂ ਨੇ ਇਹ ਨਾਮ ਇਸ ਕਰਕੇ ਰੱਖਿਆ ਵੀ ਧਰਮ ਦੀ ਸਿੱਖਿਆ ਗ੍ਰਹਿਣ ਕਰਨ ਵਾਸਤੇ, ਧਰਮ ਨਾਲ ਜੁੜਨ ਵਾਸਤੇ ਇਹ ਇੱਕ ਸਤਿਗੁਰੂ ਜੀ ਨੇ ਸੰਸਥਾ ਜਿਹੜੀ ਸੀ ਹੋਂਦ ਵਿੱਚ ਲਿਆਂਦੀ। ਇਨਸਾਨ ਦੇ ਜ਼ਿੰਦਗੀ ਦੇ ਅੰਦਰ ਧਰਮ ਦਾ ਮਹੱਤਵ ਕੀ ਹੈ, ਉਹ ਧਰਮ ਨੂੰ ਕਿਵੇਂ ਜੀ ਸਕਦਾ ਹੈ, ਇਹ ਦਾਤ ਕਿਸ ਥਾਂ ਤੋਂ ਇਨਸਾਨ ਨੂੰ ਇਹ ਸੋਝੀ ਪ੍ਰਾਪਤ ਹੋਵੇ, ਉਸ ਜਗ੍ਹਾ ਨੂੰ ਮਹਾਰਾਜ ਨੇ ਧਰਮਸ਼ਾਲ ਆਖਿਆ। ਧਰਮਸ਼ਾਲ ਵਿੱਚ ਸਤ ਸੰਗਤ ਜੁੜਦੀ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਇਸ ਪਾਵਨ ਬਚਨ ਵਿੱਚ ਆਖਦੇ ਨੇ, ਧੱਧੈ ਧਰਮ ਧਰੇ, ਧਰਮ ਦਾ ਉਪਦੇਸ਼ ਦਿੰਦਾ ਹੈ। ਧਰਮਾਪੁਰ ਸਤ ਸੰਗਤ ਦੇ ਅੰਦਰ ਗੁਣਕਾਰੀ ਮਨ ਧੀਰਾ। ਗੁਰੂ ਕੀ ਸਿਖਾਉਂਦਾ ਹੈ? ਗੁਣ। ਉਹ ਗੁਣ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਮੌਜੂਦ ਹਨ, ਉਹਨਾਂ ਗੁਣਾਂ ਦੀ ਪ੍ਰੈਕਟਿਸ, ਉਹਨਾਂ ਗੁਣਾਂ ਦਾ ਅਭਿਆਸ, ਉਹਨਾਂ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾ ਲੈਣ ਦੀ ਜੁਗਤ ਗੁਰੂ ਆਪਣੇ ਸੇਵਕ ਨੂੰ, ਸਤ ਸੰਗੀਆਂ ਨੂੰ ਦੱਸਦਾ ਹੈ, ਉਹਨਾਂ ਦੇ ਪੱਲੇ ਪਾਉਂਦਾ ਹੈ। ਤੇ ਅੱਗੇ ਸ਼ਬਦ ਗੁਰੂ ਨਾਨਕ ਮਹਾਰਾਜ ਵਰਤਦੇ ਨੇ ਮਨ ਧੀਰਾ, ਮਨ ਦਾ ਧੀਰਜ ਵਾਲਾ। ਗੁਰੂ ਆਪ ਵੀ ਕਿਉਂਕਿ ਇਹਨਾਂ ਗੁਣਾਂ ਨੂੰ ਧਾਰਨ ਕਰਨ ਵਾਲਾ ਹੈ ਔਰ ਇਹੀ ਗੁਣਾਂ ਦੀ ਜਾਂਚ, ਇਹੀ ਗੁਣਾਂ ਦਾ ਅਭਿਆਸ, ਇਹੀ ਗੁਣਾਂ ਦੀ ਦਾਤ ਉਹ ਆਪਣੇ ਸੇਵਕਾਂ ਨੂੰ, ਸਤ ਸੰਗੀਆਂ ਨੂੰ ਬਖਸ਼ਿਸ਼ ਕਰਦਾ ਹੈ। ਇਸ ਪੰਕਤੀ ਅੰਦਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਇੱਕ ਗੱਲ ਸਪਸ਼ਟ ਕੀਤੀ ਕਿ ਸਤ ਸੰਗਤ ਦੇ ਮਾਇਨੇ ਕੀ ਨੇ, ਸਤ ਸੰਗੀ ਬਣਨਾ ਕੀ ਹੈ, ਤੇ ਸਤ ਸੰਗਤ ਵਿੱਚ ਆ ਕੇ ਇਨਸਾਨ ਨੇ ਗ੍ਰਹਿਣ ਕੀ ਕਰਨਾ ਹੈ, ਪ੍ਰਾਪਤੀ ਕੀ ਕਰਨੀ ਹੈ। ਸਤ ਸੰਗਤ ਵਿੱਚ ਸ਼੍ਰੋਮਣੀ ਹੈ ਗੁਰੂ, ਗੁਰੂ ਦਾ ਉਪਦੇਸ਼। ਤੇ ਸਤ ਸੰਗੀ ਬਣ ਕੇ ਜਦੋਂ ਅਸੀਂ ਸਤ ਸੰਗਤ ਵਿੱਚ ਆ ਕੇ ਵਲੀਨ ਹੁੰਦੇ ਹਾਂ, ਬੈਠਦੇ ਹਾਂ, ਤੇ ਉੱਥੇ ਅਸੀਂ ਗੁਰੂ ਦੀ ਬਾਣੀ, ਗੁਰੂ ਦਾ ਉਪਦੇਸ਼, ਗੁਰੂ ਦੀ ਮੱਤ ਗ੍ਰਹਿਣ ਕਰਨੀ ਹੈ। ਇੱਕ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੇ ਵਿੱਚ ਬੜਾ ਕੀਮਤੀ ਸਤਿਗੁਰਾਂ ਨੇ ਵਰਤਿਆ। ਸਤਿਗੁਰੂ ਆਖਦੇ ਨੇ, ਮੇਰੇ RAM ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ। ਹੇ ਵਾਹਿਗੁਰੂ, ਅਸੀਂ ਬਾਲਕ ਬੁੱਧ ਰੱਖਣ ਵਾਲੇ ਹਾਂ। ਬਾਲਕ ਹਮੇਸ਼ਾ ਅਚੇਤ ਜਿਹਾ ਹੁੰਦਾ ਹੈ, ਹਰ ਗੱਲ ਵਿੱਚ ਲਾਪਰਵਾਹੀ ਕਰਦਾ ਹੈ। ਬਾਲਕ ਦੀ ਮੱਤ ਚੰਚਲ ਹੈ, ਉਹ ਇੱਕ ਥਾਂ ਦੇ ਉੱਤੇ ਟਿਕਦਾ ਨਹੀਂ। ਸਤਿਗੁਰੂ ਬਾਣੀ ਦੇ ਵਿੱਚ ਆਖਦੇ ਨੇ, ਚੰਚਲ ਮਤ ਬਾਰਿਕ ਬਪੁਰੇ ਕੀ। ਵਿਚਾਰੇ ਬੱਚੇ ਦੀ ਮੱਤ ਚੰਚਲ ਹੈ, ਉਨੀ ਸੋਝੀ ਉਸ ਨੂੰ ਨਹੀਂ। ਨਫਾ ਤੇ ਨੁਕਸਾਨ ਵਿਚਾਰਨ ਵਾਲਾ ਪੱਖ ਉਹਦੇ ਅੰਦਰੋਂ ਗਾਇਬ ਹੈ। ਸਰਪ ਅਗਨ ਕਰ ਮਿਲੈ। ਬੱਚਾ ਛੋਟਾ ਹੈ, ਬਲਦੀ ਹੋਈ ਅੱਗ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਹੈ। ਮਾਂ ਬਾਪ ਘਰ ਦੇ ਸਿਆਣੇ ਉਸ ਨੂੰ ਰੋਕਦੇ ਨੇ, ਬੱਚੇ ਨੂੰ ਫੜਦੇ ਨੇ। ਸੱਪ ਨੂੰ ਹੱਥ ਵਿੱਚ ਫੜਨਾ ਚਾਹੁੰਦਾ ਹੈ, ਮਾਂ ਬਾਪ ਉਸ ਨੂੰ ਰੋਕਦੇ ਨੇ। ਇਸ ਗੱਲ ਵੱਲੋਂ ਬੱਚਾ ਬਿਲਕੁਲ ਹੀ ਚੰਚਲ ਹੈ, ਉਸ ਨੂੰ ਇੰਨੀ ਸੋਝੀ ਨਹੀਂ ਵੀ ਅੱਗ ਵਿੱਚ ਹੱਥ ਪਾਉਣ ਨਾਲ ਉਸ ਦਾ ਆਪਣਾ ਨੁਕਸਾਨ ਵਧੇਰੇ ਹੋਏਗਾ, ਉਹ ਅਪਾਹਜ ਹੋ ਸਕਦਾ ਹੈ,
ਉਹਦੀ ਜਾਨ ਨੂੰ ਖਤਰਾ ਪੈ ਸਕਦਾ ਹੈ। ਪਰ ਜਦੋਂ ਸਿਆਣੇ ਰੋਕਦੇ ਹਨ, ਕਈ ਵਾਰ ਉਹ ਆਪਣੇ ਮਨ ਅੰਦਰ ਖਿੱਚਦਾ ਹੈ, ਗੁੱਸਾ ਮਨਾਉਂਦਾ ਹੈ ਵੀ ਮੈਨੂੰ ਖੇਡਣ ਤੋਂ, ਸ਼ੁਗਲ ਕਰਨ ਤੋਂ ਰੋਕਿਆ ਗਿਆ। ਪਰ ਸਹੀ ਮਾਇਨਿਆਂ ਵਿੱਚ ਸਿਆਣੇ ਮਾਂ-ਬਾਪ ਜਾਣਦੇ ਹਨ ਵੀ ਇਹ ਬੱਚੇ ਦੀ ਖੇਡ ਇਸ ਦੇ ਜੀਵਨ ਨੂੰ ਬਰਬਾਦ ਕਰ ਸਕਦੀ ਹੈ, ਇਸ ਦੇ ਸਰੀਰ ਨੂੰ ਅਪਾਹਜ ਕਰ ਸਕਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਇਹ ਹੈ ਚੰਚਲ ਮਤ, ਥੋੜੀ ਮਤ, ਅਲਪ ਮਤ। ਚੰਚਲ ਮਤ ਬਾਰਿਕ ਬਪੁਰੇ ਕੀ, ਸਰਪ ਅਗਨ ਕਰ ਮਿਲੈ। ਮਾਤ ਪਿਤਾ ਕੰਠ ਲਾਏ ਰੱਖੈ, ਆਨੰਦ ਸਹਿਜ ਤਬ ਖੇਲੈ। ਗਰੀਬ ਨਵਾਜ ਆਖਦੇ ਨੇ, ਸਿਆਣੀ ਮਾਂ ਉਸ ਨੂੰ ਗਲ ਲਾਉਂਦੀ ਏ ਵੀ ਉਹ ਇਹ ਗਲਤੀ ਨਾ ਕਰੇ। ਆਪਣਾ ਪਿਆਰ ਦੇ ਕੇ, ਆਪਣੀ ਅਸੀਸ ਦੇ ਕੇ, ਝਿੜਕ ਦੇ ਕੇ, ਜੋ ਕਿ ਉਹਨੂੰ ਸਵਾਰਨ ਵਾਸਤੇ ਹੁੰਦੀ, ਉਸ ਪਾਸੇ ਤੋਂ ਰੋਕਦੀ ਹੈ। ਗਰੀਬ ਨਵਾਜ ਬਾਣੀ ਦੇ ਅੰਦਰ ਆਖਦੇ ਹਨ, ਅਸੀਂ ਵੀ ਬਾਲਕ ਦੀ ਬੁੱਧ ਵਾਲੇ ਹਾਂ। ਸਾਰੀ ਜ਼ਿੰਦਗੀ ਵਿੱਚ ਇਸ ਪੱਖ ਤੋਂ ਅਸੀਂ ਕਈ ਵਾਰ ਸਮਝ ਨਹੀਂ ਪਾਉਂਦੇ ਵੀ ਚੰਗਾ ਕੀ ਹੈ, ਮਾੜਾ ਕੀ ਹੈ, ਕਿਹੜੀ ਚੀਜ਼ ਸਾਡੀ ਜ਼ਿੰਦਗੀ ਨੂੰ ਸਹੀ ਦਿਸ਼ਾ ਦੇਵੇਗੀ, ਕਿਹੜੀ ਚੀਜ਼ ਸਾਡੀ ਜ਼ਿੰਦਗੀ ਨੂੰ ਗਲਤ ਰਾਹ ਤੇ ਪਾਏਗੀ। ਅਸੀਂ ਅਚੇਤ ਹੋ ਕੇ ਬਿਲਕੁਲ ਅਣਜਾਣਾ ਵਾਂਗ ਜੀਵਨ ਦਾ ਸਫ਼ਰ ਤੈਅ ਕਰ ਰਹੇ ਹਾਂ। ਬਹੁਤੀ ਵਾਰ ਜਿਹੜੀਆਂ ਚੀਜ਼ਾਂ ਨੂੰ ਅਸੀਂ ਚੰਗਾ ਸਮਝ ਕੇ ਅਪਣਾਉਂਦੇ ਹਾਂ, ਉਹ ਸਾਡੀ ਜ਼ਿੰਦਗੀ ਨੂੰ ਤਬਾਹ ਕਰਦੀਆਂ ਨੇ, ਦੁਖੀ ਕਰਦੀਆਂ ਨੇ। ਸੁੱਖ ਸਮਝ ਕੇ ਜਿਨ੍ਹਾਂ ਚੀਜ਼ਾਂ ਨਾਲ ਸਨੇਹ ਪਾਇਆ ਜਾਂਦਾ ਹੈ, ਸਾਂਝ ਪਾਈ ਜਾਂਦੀ ਹੈ, ਉਹੀ ਦੁੱਖਾਂ ਦਾ ਕਾਰਨ ਬਣ ਜਾਂਦੀਆਂ ਨੇ। ਇਸ ਦਾ ਭਾਵ ਹੈ ਇਨਸਾਨ ਦੇ ਅੰਦਰ ਪਰਖ ਨਹੀਂ, ਅਣਜਾਣਪੁਣਾ ਬਹੁਤ ਹੈ, ਅਗਿਆਨਤਾ ਹੈ। ਇਸ ਕਰਕੇ ਜੀਵਨ ਦੇ ਮਾਰਗ ਦੀ ਅਸਲ ਸੋਝੀ ਉਸ ਦੇ ਅੰਦਰ ਹੈ ਨਹੀਂ। ਪਰ ਇਹ ਸੋਝੀ ਕੌਣ ਬਖਸ਼ੇਗਾ? ਇਹ ਗਿਆਨ ਕੌਣ ਦੇਵੇਗਾ? ਜਿਵੇਂ ਬੱਚੇ ਨੂੰ ਮਾਂ ਬਾਪ ਘਰ ਦੇ ਸਿਆਣੇ ਹੌਲੀ ਹੌਲੀ ਸਿਖਾ ਕੇ ਉਸ ਨੂੰ ਇਹ ਮੱਤ ਦਿੰਦੇ ਨੇ ਵੀ ਕਿਹੜੀ ਚੀਜ਼ ਤੇਰੇ ਖੇਡਣ ਵਾਸਤੇ ਹੈ, ਕਿਹੜੀ ਨਹੀਂ ਹੈ। ਉਹਦੀ ਪਰਵਰਿਸ਼ ਕਰਦਿਆਂ ਕਰਦਿਆਂ ਜਿੱਥੇ ਉਹ ਸਰੀਰਕ ਰੂਪ ਵਿੱਚ ਵੱਡਾ ਹੁੰਦਾ ਹੈ, ਉੱਥੇ ਕੁਝ ਚੀਜ਼ਾਂ ਦੀ ਪਛਾਣ ਵੀ ਉਹਨੂੰ ਉਮਰ ਦੇ ਲਿਹਾਜ਼ ਨਾਲ ਆਉਣੀ ਸ਼ੁਰੂ ਹੋ ਜਾਂਦੀ ਹੈ, ਜਿਹੜੀ ਉਹ ਘਰ ਵਿੱਚ ਸਿੱਖਦਾ ਹੈ, ਬਾਹਰ ਸਿੱਖਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਠੀਕ ਇਸੇ ਤਰ੍ਹਾਂ ਗੁਰੂ ਸਾਨੂੰ ਆਤਮਕ ਮਾਨਸਿਕ ਤੌਰ ਉੱਪਰ ਪਾਲਦਾ ਹੈ। ਇਹ ਸ਼ਬਦ ਆਪ ਪੜ੍ਹਦੇ ਹੋ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚੋਂ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕਉ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਜਿਵੇਂ ਸਰੀਰਕ ਰੂਪ ਵਿੱਚ ਅਸੀਂ ਪਾਲੇ ਜਾਂਦੇ ਹਾਂ ਬਚਪਨ ਤੋਂ ਲੈ ਕੇ, ਠੀਕ ਇਸੇ ਤਰ੍ਹਾਂ ਗੁਰੂ ਸਾਨੂੰ ਆਤਮਕ ਮਾਨਸਿਕ ਤੌਰ ਉੱਪਰ ਪਾਲਦਾ ਹੈ, ਸਾਡੀ ਪ੍ਰਤਪਾਲਨਾ ਕਰਦਾ ਹੈ, ਸਾਡਾ ਅਣਜਾਣਪੁਣਾ ਬਾਹਰ ਕੱਢਦਾ ਹੈ, ਸਾਨੂੰ ਸੋਝੀ ਦਿੰਦਾ ਹੈ। ਅਸੀਂ ਸੁਚੇਤ ਹੋਈਏ, ਜਾਣਕਾਰ ਹੋਈਏ, ਸਿਆਣੇ ਬਣ ਸਕੀਏ। ਇਹ ਯਤਨ ਗੁਰੂ ਦਾ ਹਮੇਸ਼ਾ ਆਪਣੇ ਸਿੱਖ ਦੇ ਪ੍ਰਤੀ ਰਹਿੰਦਾ ਹੈ। ਜਿਵੇਂ ਮਾਂ ਬੱਚੇ ਦੇ ਗੰਦੇ ਕੱਪੜਿਆਂ ਨੂੰ ਧੋਂਦੀ, ਉਹਦੇ ਗੰਦੇ ਅੰਗਾਂ ਨੂੰ ਸਾਫ਼ ਕਰਦੀ ਏ, ਇਸੇ ਤਰ੍ਹਾਂ ਗੁਰੂ ਸਾਡੀ ਸੁਰਤ ਦੀ ਮੈਲ ਨੂੰ ਧੋਂਦਾ ਹੈ ਆਪਣੇ ਉਪਦੇਸ਼ ਔਰ ਸ਼ਬਦ ਦੇ ਨਾਲ। ਸਤਿਗੁਰ ਸਿੱਖ ਕੀ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਤੋ ਮੈਂ ਬੇਨਤੀ ਇਹ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ ਵੀ ਅਸੀਂ ਸਾਰੇ ਹੀ ਇਸ ਪੱਖ ਤੋਂ ਅਣਜਾਣ ਹਾਂ, ਜ਼ਿੰਦਗੀ ਦੇ ਮਾਰਗ ਉੱਤੇ ਤੁਰਨ ਤੋਂ ਅਵੇਸਲੇ ਹਾਂ, ਅਗਿਆਨੀ ਹਾਂ। ਇਸ ਲਈ ਸ਼ਬਦ ਵਰਤਦੇ ਨੇ ਮਹਾਰਾਜ, ਮੇਰੇ ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੇ। ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ। ਧੰਨ ਹੈ ਗੁਰੂ, ਪਾਂਧਾ ਦਾ ਅਰਥ ਹੁੰਦਾ ਟੀਚਰ, ਉਪਦੇਸ਼ ਦੇਣ ਵਾਲਾ, ਸਿੱਖਿਆ ਦੇਣ ਵਾਲਾ, ਮੱਤ ਦੇਣ ਵਾਲਾ। ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਜਿਹੜਾ ਰੱਬ ਦੇ ਗੁਣਾਂ ਦਾ ਉਪਦੇਸ਼ ਦਿੰਦਾ ਹੈ, ਰੱਬ ਦੇ ਗੁਣ ਸਾਡੇ ਪੱਲੇ ਪਾਉਂਦਾ ਹੈ, ਸਾਨੂੰ ਰੱਬ ਦੀ ਗੱਲ ਸਿਖਾਉਂਦਾ ਹੈ, ਸਾਡੇ ਜੀਵਨ ਵਿੱਚ ਰੱਬ ਵਾਲੇ ਗੁਣ ਹੋਣ, ਇਸ ਗੱਲ ਵਾਸਤੇ ਸਤਿਗੁਰੂ ਸਾਨੂੰ ਮੱਤ ਦਿੰਦਾ ਹੈ, ਸੇਧ ਦਿੰਦਾ ਹੈ। ਕਿਉਂਕਿ ਗੁਰੂ ਦਾ ਕਰਤੱਵ ਹੈ, ਗੁਰੂ ਦਾ ਅਰਥ ਹੀ ਇਹ ਹੈ ਜਿਹੜਾ ਸਾਡੀ ਅਗਿਆਨਤਾ ਨੂੰ ਖਤਮ ਕਰੇ ਤੇ ਸਾਡੇ ਅੰਦਰ ਗਿਆਨ ਦਾ ਚਾਨਣ, ਰੌਸ਼ਨੀ ਪੈਦਾ ਕਰੇ, ਸਾਡੇ ਜੀਵਨ ਦੇ ਅੰਦਰ ਸੋਝੀ ਪੈਦਾ ਕਰੇ, ਵਿਵੇਕ ਬੁੱਧ ਪੈਦਾ ਕਰੇ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਨੇ,
ਜਿਨ ਹਰ ਉਪਦੇਸ਼ ਦਾ ਅਰਥ ਹੈ ਰੱਬ ਦੇ ਗੁਣਾਂ ਦੀ ਦਾਤ ਦਿੱਤੀ, ਰੱਬੀ ਜੀਵਨ ਬਖਸ਼ਿਆ। ਹਰ ਉਪਦੇਸ਼ ਦੇ ਕੀਏ ਸਿਆਣੇ, ਜਿਸ ਨੇ ਸਾਡੀ ਮਾਨਸਿਕ ਅਗਿਆਨਤਾ ਨੂੰ ਖਤਮ ਕਰ ਦਿੱਤਾ, ਆਤਮਿਕ ਤੌਰ ਤੇ ਸੁਚੇਤ ਕਰ ਦਿੱਤਾ, ਸਾਨੂੰ ਸੂਝਵਾਨ ਵਿਵੇਕੀ ਪੁਰਖ ਬਣਾ ਦਿੱਤਾ। ਇਹ ਕਰਤੱਵ ਹੈ ਗੁਰੂ ਦਾ। ਇਹ ਪੂਰਾ ਕਿੱਥੇ ਹੁੰਦਾ ਹੈ? ਗੁਰੂ ਦੀ ਸੰਗਤ ਵਿੱਚ। ਸੰਗਤ ਦਾ ਅਰਥ ਹੁੰਦਾ ਹੈ ਸੰਗ ਕਰਨਾ, ਨੇੜਤਾ ਪਾਉਣੀ। ਸੰਗਤ ਦਾ ਅਰਥ ਹੁੰਦਾ ਹੈ ਸੰਬੰਧ ਬਣਾ ਲੈਣਾ। ਜਦੋਂ ਸਾਡਾ ਸੰਬੰਧ ਗੁਰੂ ਦੇ ਉਪਦੇਸ਼ ਨਾਲ ਬਣਦਾ ਹੈ ਤਾਂ ਸਮਝ ਲੈਣਾ ਅਸੀਂ ਸੰਗਤ ਵਿੱਚ ਹਾਂ। ਜੇ ਸੰਬੰਧ ਗੁਰੂ ਦੇ ਉਪਦੇਸ਼ ਨਾਲ ਨਹੀਂ ਤੇ ਸੰਗਤ ਵੀ ਨਹੀਂ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹੀ ਮਾਇਨੇ ਸਾਨੂੰ ਸਤ ਸੰਗਤ ਦੇ ਸਮਝਾਉਂਦੇ ਨੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੈ ਏਕੋ ਨਾਮ ਵਖਾਣੀ ਹੈ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ 부ਝਾਏ ਜੀਓ। ਤੋ ਸਤਿਗੁਰੂ ਗੁਰੂ ਨਾਨਕ ਮਹਾਰਾਜ ਬਖਸ਼ਿਸ਼ ਕਰਦਿਆਂ ਕਹਿੰਦੇ ਨੇ, ਧੱਧੈ ਧਰਮ ਧਰੇ, ਧਰਮ ਦਾ, ਸੱਚ ਦਾ, ਰੱਬੀ ਗੁਣਾਂ ਦਾ ਉਪਦੇਸ਼ ਦਿੰਦਾ ਹੈ ਗੁਰੂ। ਧਰਮਾਪੁਰ ਸਤ ਸੰਗਤ ਵਿੱਚ, ਧਰਮ ਦੀ ਪੁਰੀ ਵਿੱਚ ਗੁਣਕਾਰੀ ਉਹਨਾਂ ਗੁਣਾਂ ਦਾ ਆਪ ਵੀ ਮਾਲਕ ਹੈ ਗੁਰੂ। ਮਨ ਦਾ ਧੀਰਜਵਾਨ ਹੈ ਤੇ ਉਹੀ ਗੁਣ ਆਪਣੇ ਸਤ ਸੰਗੀਆਂ ਨੂੰ ਦੇ ਕੇ ਨਿਵਾਜਦਾ ਹੈ। ਸਤਿਗੁਰੂ ਕਹਿੰਦੇ ਧੱਧੈ ਧੂੜ ਪੜੈ ਮੁਖ ਮਸਤਕ, ਜੇ ਗੁਰੂ ਦੇ ਚਰਨਾਂ ਦੀ ਧੂੜੀ ਮੁਖ ਤੇ ਮਸਤਕ ਤੇ ਪੈ ਜਾਵੇ, ਕੰਚਨ ਭਏ ਮਨੂਰਾ। ਕੰਚਨ ਦਾ ਅਰਥ ਹੈ ਸੋਨਾ, ਸੋਨਾ ਹੋ ਜਾਂਦਾ ਹੈ ਮਨੂਰ, ਗਲਿਆ ਸੜਿਆ ਲੋਹਾ ਵੀ। ਗੁਰੂ ਦੇ ਚਰਨਾਂ ਦੀ ਧੂੜ ਕੀ ਹੈ? ਸਾਡੇ ਸਨਮੁਖ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਭਾਏਮਾਨ ਨੇ, ਜਿਨ੍ਹਾਂ ਨੂੰ ਆਪਾਂ ਜਾਗਤ ਜੋਤ ਹਾਜ਼ਰਾ ਹਜ਼ੂਰ ਸ਼ਬਦ ਗੁਰੂ ਆਖਦੇ ਹਾਂ। ਇਸ ਸਿੱਖ ਦੇ ਮਨ ਦਾ ਆਤਮਾ ਸਤਿਕਾਰ ਹੈ ਜਿਹੜਾ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਪ੍ਰਗਟ ਕਰਦੇ ਹਾਂ, ਬਿਆਨ ਕਰਦੇ ਹਾਂ। ਹੁਣ ਗੌਰ ਕਰਨਾ, ਗੁਰੂ ਦੇ ਚਰਨ ਕੀ ਨੇ? ਸਤਿਗੁਰੂ ਦੀ ਮੁਬਾਰਕ ਬਾਣੀ ਦੇ ਵਿੱਚ ਬਚਨ ਆਇਆ ਹੈ, ਹਿਰਦੈ ਚਰਨ, ਹਿਰਦੇ ਵਿੱਚ ਚਰਨ ਵਸਾਉਣੇ। ਉਹ ਕੀ ਨੇ ਚਰਨ? ਸ਼ਬਦ ਸਤਿਗੁਰ ਕੋ, ਗੁਰੂ ਦਾ ਸ਼ਬਦ ਇਹ ਹਿਰਦੇ ਵਿੱਚ ਧਾਰਨ ਕਰ ਲੈਣਾ, ਗੁਰੂ ਦੀ ਮੱਤ ਨੂੰ ਆਪਣੇ ਮਨ ਵਿੱਚ ਥਾਂ ਦੇਣੀ, ਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਅੰਦਰ ਟਿਕਾ ਲੈਣਾ, ਇਹ ਹਿਰਦੇ ਵਿੱਚ ਚਰਨ ਵਸਾਉਣੇ ਹਨ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਪਾਲ ਦਾ ਅਰਥ ਹੈ ਪੱਲੇ। ਗੁਰੂ ਦਾ ਉਪਦੇਸ਼ ਪੱਲੇ ਬੰਨ ਲੈਣਾ, ਭਾਵ ਹਿਰਦੇ 'ਚ ਵਸਾ ਲੈਣਾ, ਉਹਦੀ ਪ੍ਰੈਕਟਿਸ ਕਰਨੀ, ਉਹਨੂੰ ਕਮਾਉਣਾ, ਉਹਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰ ਲੈਣਾ। ਇਸ ਨੂੰ ਗੁਰੂ ਸਾਹਿਬ ਕਹਿੰਦੇ ਨੇ ਹਿਰਦੇ ਵਿੱਚ ਗੁਰੂ ਦੇ ਚਰਨ ਵਸਾ ਲੈਣੇ। ਇਸੇ ਨੂੰ ਆਖਿਆ ਚਰਨਾਂ ਦਾ ਧਿਆਨ ਕਰ ਲੈਣਾ, ਕਿ ਗੁਰੂ ਦੇ ਉਪਦੇਸ਼ ਵੱਲ ਝਾਤ ਮਾਰਨੀ, ਧਿਆਨ ਰੱਖਣਾ। ਹੁਣ ਜਦੋਂ ਗੁਰੂ ਦੇ ਚਰਨ ਗੁਰੂ ਦਾ ਸ਼ਬਦ ਹੈ, ਕਿਉਂਕਿ ਗੁਰੂ ਸ਼ਬਦ ਸਰੂਪੀ ਹੈ, ਸਰੀਰ ਸਰੂਪੀ ਨਹੀਂ। ਇੱਥੇ ਬਹੁਤ ਵੱਡਾ ਅੰਤਰ ਪੈਂਦਾ ਹੈ। ਜਦੋਂ ਚਰਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਉਂਦਾ ਹੈ ਤਾਂ ਅਸੀਂ ਸਮਝਦੇ ਹਾਂ ਕਿ ਪੈਰਾਂ ਵਾਸਤੇ ਆਇਆ, ਕਿਉਂਕਿ ਇਹਦੀ ਟਰਾਂਸਲੇਸ਼ਨ ਕਰਨ ਵਾਲੇ ਚਰਨ ਦੇ ਅਰਥ ਫੁੱਟ ਹੀ ਕਰਨਗੇ, ਪੈਰ ਹੀ ਕਰਨਗੇ। ਪਰ ਗੁਰਬਾਣੀ ਦੀ ਆਪਣੀ ਸ਼ਬਦਾਵਲੀ ਔਰ ਗੁਰਬਾਣੀ ਦੀ ਸ਼ਬਦਾਵਲੀ ਦੇ ਆਪਣੇ ਅਰਥ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਜਿਹੜੇ ਸ਼ਬਦ ਆਉਂਦੇ ਨੇ ਉਹਦੇ ਅਰਥ ਵੀ ਗੁਰਬਾਣੀ ਦੇ ਵਿੱਚ ਹੀ ਗਾਹੇ ਬਾਗਾਹੇ ਸਤਿਗੁਰੂ ਜੀ ਸਪਸ਼ਟ ਕਰਦੇ ਜਾਂਦੇ ਨੇ, ਤਾਂ ਕਿ ਕਿਸੇ ਕਿਸਮ ਦਾ ਕੋਈ ਭਰਮ ਜਾਂ ਭੁਲੇਖਾ ਨਾ ਰਹਿ ਜਾਏ। ਮੁਸ਼ਕਲ ਉਦੋਂ ਖੜੀ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਆਏ ਹੋਏ ਕਿਸੇ ਸ਼ਬਦ ਦੇ ਅਰਥ, ਜਦੋਂ ਅਸੀਂ ਉਸ ਨੂੰ ਅਰਥ ਦਿੰਦੇ ਹਾਂ, ਉਹਨੂੰ ਟਰਾਂਸਲੇਟ ਵੀ ਕਰਦੇ ਹਾਂ ਕਿਸੇ ਭਾਸ਼ਾ ਵਿੱਚ, ਤਾਂ ਉਸ ਵੇਲੇ ਉਹਦਾ ਅਰਥ ਦਾ ਅਨਰਥ ਬਣ ਜਾਂਦਾ ਹੈ। ਉਸ ਨੂੰ ਅਸੀਂ ਕਈ ਵਾਰ ਕੋਸ਼ਾਂ 'ਚੋਂ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਅਰਥ ਬਿਲਕੁਲ ਹੋਰ ਤਰ੍ਹਾਂ ਦੇ ਅਜੀਬ ਕਿਸਮ ਦੇ ਹੁੰਦੇ ਨੇ, ਜਿਹੜੇ ਕਿ ਬਾਕੀ ਸ਼ਬਦ ਦੇ ਸਾਰੇ ਭਾਵ ਨਾਲ ਮੇਲ ਨਹੀਂ ਖਾਂਦੇ, ਕਨਸੈਪਟ ਨਾਲ ਮੇਲ ਨਹੀਂ ਖਾਂਦੇ। ਇਸ ਕਰਕੇ ਸ਼ਬਦ ਦੇ ਅਰਥ ਦੇ ਅਨਰਥ ਹੋ ਜਾਂਦੇ ਨੇ, ਤਾਂ ਗੱਲ ਉਲਝ ਜਾਂਦੀ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਇੱਥੇ ਜੋ ਚਰਨ ਸ਼ਬਦ ਵਰਤਦੇ ਨੇ, ਚਰਨ ਦਾ ਅਰਥ ਹੈ ਗੁਰੂ ਦਾ ਸ਼ਬਦ। ਚਰਨ ਧੂੜ ਦਾ ਅਰਥ ਹੈ ਸ਼ਬਦ ਦਾ ਭਾਵ, ਉਪਦੇਸ਼, ਮਤ ਗ੍ਰਹਿਣ ਕਰ ਲੈਣਾ। ਚਰਨ ਹਨ ਸ਼ਬਦ,
ਤੇ ਚਰਨ ਧੂੜ ਕੀ ਹੈ। ਉਸ ਉਪਦੇਸ਼ ਦਾ ਭਾਵ ਜੋ ਗੁਰੂ ਕਹਿ ਰਿਹਾ ਹੈ ਉਸ ਨੂੰ ਸਮਝ ਲੈਣਾ, ਉਸ ਨੂੰ ਮੰਨ ਲੈਣਾ, ਉਸ ਨੂੰ ਕਮਾ ਲੈਣਾ। ਕਿਉਂਕਿ ਜੇ ਉਪਦੇਸ਼ ਦਾ ਭਾਵ ਸਮਝ ਵਿੱਚ ਨਾ ਆਵੇ ਤਾਂ ਸੁਭਾਵਿਕ ਗੱਲ ਹੈ ਇਨਸਾਨ ਦਾ ਸੁਣਨਾ ਪੜ੍ਹਨਾ ਸਾਰਾ ਕੁਝ ਕਿਸੇ ਅਰਥ ਨਹੀਂ ਰਹਿ ਜਾਂਦਾ। ਸੋ ਜੇ ਭਾਵ ਗੱਲ ਸਮਝ ਵਿੱਚ ਆ ਜਾਏ ਵੀ ਗੁਰੂ ਆਹ ਕਹਿਣਾ ਚਾਹੁੰਦਾ ਹੈ, ਗੁਰੂ ਦੀ ਭਾਵਨਾ ਦੀ ਸਿੱਖ ਸਮਝ ਰੱਖੇ ਵੀ ਆਹ ਗੁਰੂ ਦੀ ਭਾਵਨਾ ਹੈ ਆਹ ਗੱਲ ਕਹਿਣ ਦੀ, ਤਾਂ ਉਸ ਵੇਲੇ ਸਾਰੇ ਮਕਸਦ ਆਪਣੇ ਆਪ ਕਲੀਅਰ ਹੋ ਜਾਂਦੇ ਨੇ, ਸਪਸ਼ਟ ਹੋ ਜਾਂਦੇ ਨੇ। ਤੋ ਸਤਿਗੁਰੂ ਜੀ ਆਖਦੇ ਜਦੋਂ ਗੁਰੂ ਦੇ ਚਰਨਾਂ ਦੀ ਧੂੜ ਭਾਵ ਗੁਰੂ ਦੇ ਸ਼ਬਦ ਦਾ ਭਾਵ, ਗੁਰੂ ਦੇ ਸ਼ਬਦ ਦਾ ਮਤਲਬ, ਗੁਰੂ ਦੇ ਸ਼ਬਦ ਦੀ ਭਾਵਨਾ ਪੜੈ ਮੁਖ ਮਸਤਕ, ਸਾਡੇ ਮਸਤਕ ਵਿੱਚ ਸਾਡੀ ਸੁਰਤ ਵਿੱਚ ਵਸ ਜਾਂਦਾ ਹੈ, ਸਾਡੇ ਮੁਖ ਵਿੱਚ ਆ ਜਾਂਦਾ ਹੈ। ਸਤਿਗੁਰੂ ਜੀ ਆਖਦੇ ਹਨ ਕੰਚਨ ਭਏ ਮਨੂਰਾ, ਗਲਿਆ ਸੜਿਆ ਲੋਹਾ ਜਿਵੇਂ ਪਾਰਸ ਨਾਲ ਛੂਹ ਕੇ ਸੋਨਾ ਬਣ ਜਾਂਦਾ ਹੈ। ਇਹ ਪੁਰਾਣੇ ਲੋਕਾਂ ਦੇ ਖਿਆਲਾਤ ਸਨ। ਉਹ ਇੱਕ ਪੱਥਰ ਮੰਨਦੇ ਸਨ ਜਿਸ ਨੂੰ ਪਾਰਸ ਕਹਿੰਦੇ ਨੇ। ਉਹ ਕਹਿੰਦੇ ਸਨ ਜਦੋਂ ਗਲੇ ਸੜੇ ਲੋਹੇ ਨਾਲ ਪਾਰਸ ਪੱਥਰ ਛੁਆ ਦਿੱਤਾ ਜਾਏ ਤਾਂ ਉਹ ਸੋਨੇ ਵਿੱਚ ਤਬਦੀਲ ਹੋ ਜਾਂਦਾ ਸੀ। ਇਹ ਪਾਰਸ ਦੀ ਮਹਿਮਾ, ਇਹ ਪਾਰਸ ਦਾ ਗੁਣਗਾਨ ਇਸ ਢੰਗ ਨਾਲ ਪੁਰਾਣੇ ਗ੍ਰੰਥਾਂ ਵਿੱਚ ਕੀਤਾ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਵੀ ਪਾਰਸ ਪੱਥਰ ਦੀ ਉਦਾਹਰਣ ਬੜੀ ਵਾਰ ਵਰਤੀ ਗਈ ਹੈ। ਭਾਈ ਗੁਰਦਾਸ ਜੀ ਨੇ ਵੀ ਵਰਤੀ, ਹੋਰ ਵੀ ਸਿੱਖ ਲਿਖਾਰੀਆਂ ਨੇ ਪਾਰਸ ਪੱਥਰ ਦੀ ਉਦਾਹਰਣ ਬੜੀ ਵਾਰ ਵਰਤੀ ਹੈ। ਪਰ ਇਹ ਗੁਰਬਾਣੀ ਵਿੱਚ ਕੇਵਲ ਉਦਾਹਰਣ ਮਾਤਰ ਇਹ ਸ਼ਬਦ ਆਇਆ ਹੈ, ਐਗਜ਼ੈਂਪਲ ਦੇ ਤੌਰ ਦੇ ਉੱਤੇ। ਸਤਿਗੁਰੂ ਕਹਿੰਦੇ ਜਿਵੇਂ ਇਹ ਖਿਆਲ ਹੈ ਕਿ ਪਾਰਸ ਪੱਥਰ ਨਾਲ ਛੂਹ ਕੇ ਉਹਦੀ ਰਗੜ ਦੇ ਨਾਲ ਗਲਿਆ ਸੜਿਆ ਲੋਹਾ ਸੋਨੇ ਦਾ ਰੂਪ ਧਾਰਨ ਕਰ ਜਾਂਦਾ ਹੈ, ਇਸੇ ਤਰ੍ਹਾਂ ਗੁਰੂ ਦੇ ਸ਼ਬਦ ਦੇ ਭਾਵ ਨਾਲ ਮਨ ਜੁੜ ਕੇ, ਜੀਵਨ ਜੁੜ ਕੇ ਮੈਲੇ ਤੋਂ ਵਿਕਾਰੀ ਹਿਰਦਾ ਜਿਹੜਾ ਮੈਲਾ ਹੈ, ਵਿਕਾਰੀ ਹੈ, ਕੁਸੰਗੀ ਹੈ, ਉਹ ਸਤ ਸੰਗੀ ਹੋ ਜਾਂਦਾ ਹੈ, ਗੁਣਾ ਵਾਲਾ ਹੋ ਜਾਂਦਾ ਹੈ, ਕੀਮਤ ਵਾਲਾ ਬਣ ਜਾਂਦਾ ਹੈ, ਚਮਕ ਵਾਲਾ ਬਣ ਜਾਂਦਾ ਹੈ। ਭੱਟ ਸਾਹਿਬਾਨਾਂ ਦਾ ਬੋਲ ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ। ਕੱਚ ਤੋਂ ਸੋਨਾ ਬਣ ਗਏ ਜਦੋਂ ਗੁਰੂ ਦੇ ਸ਼ਬਦ ਨੂੰ ਆਪਣੇ ਕੰਨਾਂ ਨਾਲ ਸੁਣ ਲਿਆ। ਹੁਣ ਸੁਣ ਲੈਣ ਦੀ ਪ੍ਰਕਿਰਿਆ ਵੀ ਵੱਖਰੀ ਹੈ। ਕੰਨਾਂ ਵਿੱਚ ਆਵਾਜ਼ ਪੈ ਰਹੀ ਹੋਵੇ ਇਸੇ ਨੂੰ ਹੀ ਸੁਣਨਾ ਨਹੀਂ ਕਹਿੰਦੇ, ਸੁਰਤ ਵਿੱਚ ਗੱਲ ਉਤਰ ਜਾਏ ਇਸ ਨੂੰ ਸੁਣਨਾ। ਸੁਣਨ ਦਾ ਸੰਬੰਧ ਸੁਰਤ ਨਾਲ ਹੈ, ਕੰਨ ਤਾਂ ਕੇਵਲ ਜਰੀਆ ਨੇ। ਕਈ ਵਾਰ ਐਸਾ ਹੁੰਦਾ ਹੈ ਕੋਈ ਇਨਸਾਨ ਸਾਨੂੰ ਕੋਈ ਗੱਲ ਬੋਲ ਕੇ ਦੱਸ ਰਿਹਾ ਹੈ, ਜਦੋਂ ਅਸੀਂ ਉਹ ਆਪਣੀ ਗੱਲ ਮੁਕਾ ਲੈਂਦਾ ਤੇ ਅਸੀਂ ਉਹਨੂੰ ਕਹਿੰਦੇ ਦੁਬਾਰਾ ਦੱਸਣਾ ਕੀ ਕਿਹਾ ਸੀ, ਤਾਂ ਉਹ ਆਦਮੀ ਕਹਿੰਦਾ ਵੀ ਹੁਣੇ ਤਾਂ ਤੁਹਾਨੂੰ ਦੱਸਿਆ। ਅਸੀਂ ਕਹਿੰਦੇ ਨਹੀਂ, ਅਸੀਂ ਧਿਆਨ ਨਾਲ ਨਹੀਂ ਸੁਣਿਆ। ਸਾਡਾ ਇਹ ਅਗਲਾ ਵਰਡ ਹੁੰਦਾ, ਸ਼ਬਦ ਹੁੰਦਾ, ਵਾਕ ਹੁੰਦਾ, ਅਸੀਂ ਧਿਆਨ ਨਾਲ ਨਹੀਂ ਸੁਣਿਆ। ਹੁਣ ਗੌਰ ਕਰਨਾ ਕਿ ਕੰਨਾਂ ਵਿੱਚ ਆਵਾਜ਼ ਤੇ ਪਈਏ, ਅਸੀਂ ਆਪਣੀ ਗੱਲ ਦਸ਼ਾ ਬਿਆਨ ਕਰ ਦਿੱਤੀ, ਉਹ ਸੋਚਦਾ ਵੀ ਇਹਨੇ ਸੁਣ ਲਿਆ ਕਿਉਂਕਿ ਮੈਂ ਇਹਦੇ ਕੰਨਾਂ 'ਚ ਆਵਾਜ਼ ਪਾ ਦਿੱਤੀ, ਪਰ ਆਪਣਾ ਅਗਲਾ ਜਿਹੜਾ ਆਰਗੂਮੈਂਟ ਹੁੰਦਾ, ਜਿਹੜੀ ਅਸੀਂ ਅਗਲੀ ਗੱਲ ਕਰਦੇ, ਉਹ ਕਹਿੰਦੇ ਆ ਨਹੀਂ ਅਸੀਂ ਧਿਆਨ ਨਾਲ ਨਹੀਂ ਸੁਣਿਆ। ਇਹਦਾ ਮਤਲਬ ਸੁਣਿਆ ਹੀ ਨਹੀਂ ਗਿਆ। ਜਿੱਥੇ ਧਿਆਨ ਨਹੀਂ ਉੱਥੇ ਸੁਣਨਾ ਵੀ ਨਹੀਂ। ਸੁਣਨ ਦਾ ਅਰਥ ਹੈ ਕੰਨਾਂ ਰਾਹੀਂ ਗੱਲ ਜਿਹੜੀ ਉਹ ਚੇਤੇ ਵਿੱਚ ਵਸ ਜਾਏ ਵੀ ਆਹ ਗੱਲ ਹੈ, ਸੁਰਤ ਵਿੱਚ ਵਸ ਜਾਏ ਵੀ ਆਹ ਗੱਲ ਕਹੀ ਗਈ ਹੈ, ਇਸ ਨੂੰ ਸੁਣਨਾ ਕਹਿੰਦੇ ਹਨ। ਭੱਟਾ ਨੇ ਕਿੱਡੀ ਕੀਮਤੀ ਗੱਲ ਆਖੀ, ਕਹਿਣ ਲੱਗੇ ਜੀਵਨ 'ਚ ਤਬਦੀਲੀ ਉਸੇ ਦੇ ਵਾਪਰਦੀ ਹੈ ਗੁਰੂ ਸ਼ਬਦ ਦੇ ਨਾਲ ਜਿਹੜਾ ਸ਼ਬਦ ਨੂੰ ਸੁਣ ਲੈਂਦਾ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ। ਗੁਰੂ ਦੇ ਸ਼ਬਦ ਨੂੰ ਸੁਰਤ ਵਿੱਚ, ਮਨ ਵਿੱਚ, ਚੇਤੇ ਵਿੱਚ, ਧਿਆਨ ਵਿੱਚ ਵਸਾ ਲਿਆ। ਗੁਰੂ ਦਾ ਉਪਦੇਸ਼ ਕੀ ਕਹਿੰਦਾ ਇਸ ਗੱਲ ਦਾ ਧਿਆਨ ਰੱਖਿਆ। ਮਹਾਰਾਜ ਕਹਿੰਦੇ ਨੇ ਕੱਚ ਤੋਂ, ਮਾਮੂਲੀ ਜਿਹੀ ਚੀਜ਼ ਤੋਂ ਕੰਚਨ ਸੋਨੇ ਵਰਗਾ ਜੀਵਨ ਬਣ ਗਿਆ। ਕੀਮਤੀ ਤੇ ਸੋਹਣਾ। ਸੋਨਾ ਪ੍ਰਤੀਕ ਵਰਤਿਆ ਗਿਆ ਸੁਹੱਪਣ ਦਾ ਤੇ ਕੀਮਤ ਦਾ। ਜੀਵਨ ਸੋਹਣਾ ਵੀ ਬਣ ਗਿਆ ਤੇ ਕੀਮਤੀ ਵੀ ਹੋ ਗਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੌਰ ਕਰਨਾ, ਕਈ ਚੀਜ਼ਾਂ ਬੜੀਆਂ ਕੀਮਤੀ ਹੁੰਦੀਆਂ ਨੇ ਪਰ ਵੇਖਣ ਵਿੱਚ ਕਰੂਪ ਹੁੰਦੀਆਂ ਨੇ, ਅੱਖਾਂ ਨਾਲ ਵੇਖਣ ਨੂੰ ਜੀ ਨਹੀਂ ਕਰਦਾ।
ਜਦੋਂ ਕਹਿੰਦੇ ਨੇ ਹੀਰੇ ਮਾਣਕ ਲਾਲ ਜਿਹੜੇ ਹਨ ਉਹ ਪੱਥਰਾਂ ਵਿੱਚੋਂ ਨਿਕਲਦੇ ਨੇ ਤੇ ਪੱਥਰਵਾਤੀ ਹੁੰਦੇ ਨੇ, ਥੋੜਾ ਜਿਹਾ ਫਰਕ ਹੁੰਦਾ ਹੈ। ਜਦੋਂ ਉਹਨਾਂ ਨੂੰ ਤਰਾਸ਼ਦਾ ਹੈ ਨਾ ਜੌਹਰੀ, ਇੱਕ ਸ਼ੇਪ ਦਿੰਦਾ ਹੈ ਉਸ ਹੀਰੇ ਨੂੰ, ਉਦੋਂ ਬੇਹੱਦ ਸੋਹਣਾ ਬਣ ਜਾਂਦਾ ਹੈ। ਤਾਜਾਂ ਵਿੱਚ ਜੜੇ ਜਾਂਦੇ ਨੇ, ਮੁੰਦਰੀਆਂ ਵਿੱਚ ਜੜੇ ਜਾਂਦੇ ਨੇ। ਲੋਕ ਉਹਨਾਂ ਹੀਰਿਆਂ ਨੂੰ ਬਹੁਤ ਜ਼ਿਆਦਾ ਕੀਮਤਾਂ ਖਰਚ ਕਰਕੇ, ਪੈਸਾ ਖਰਚ ਕਰਕੇ ਖਰੀਦਦੇ ਨੇ। ਉਹ ਜੌਹਰੀ ਉਹਨੂੰ ਤਰਾਸ਼ ਕੇ ਸੋਹਣਾ ਬਣਾ ਦਿੰਦਾ, ਘੜ ਦਿੰਦਾ, ਸਵਾਰ ਦਿੰਦਾ। ਤੋ ਕਈ ਵਾਰ ਚੀਜ਼ਾਂ ਕੀਮਤੀ ਹੁੰਦੀਆਂ ਨੇ, ਅੱਖਾਂ ਨੂੰ ਚੰਗੀਆਂ ਨਹੀਂ ਲੱਗਦੀਆਂ, ਕਰੂਪ ਤੇ ਬੇਢੰਗੀਆਂ ਬੇਢੱਬੀਆਂ ਹੁੰਦੀਆਂ ਨੇ। ਜਦੋਂ ਸਤਿਗੁਰੂ ਕੰਚਨ ਸ਼ਬਦ ਬਾਣੀ ਦੇ ਵਿੱਚ ਵਰਤਦੇ ਨੇ ਸੋਨੇ ਲਈ, ਤਾਂ ਉੱਥੇ ਭਾਵ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਜਿਹੜੀ ਚੀਜ਼ ਕੀਮਤੀ ਵੀ ਹੈ ਤੇ ਸੁਹੱਪਣ ਵਾਲੀ ਵੀ ਹੈ, ਸੋਹਣੀ ਵੀ ਹੈ। ਇਸ ਕਰਕੇ ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਜੇ ਗੁਰੂ ਦੇ ਸ਼ਬਦ ਦਾ ਭਾਵ, ਗੁਰੂ ਦੇ ਉਪਦੇਸ਼ ਦਾ ਸਾਰ ਸਾਡੇ ਹਿਰਦੇ ਵਿੱਚ, ਸੁਰਤ ਵਿੱਚ, ਮਨ ਵਿੱਚ ਵਸ ਜਾਏ, ਚੇਤੇ ਵਿੱਚ ਆ ਜਾਏ, ਮੁਖ ਵਿੱਚ ਆ ਜਾਏ, ਤਦੈ ਧੂੜ ਪੜੈ ਮੁਖ ਮਸਤਕ। ਤਬਦੀਲੀ ਕੀ ਹੋਏਗੀ ਇਸ ਨਾਲ? ਕੰਚਨ ਭਏ ਮਨੂਰਾ। ਗਲੇ ਸੜੇ ਲੋਹੇ ਦੇ ਪਾਰਸ ਨਾਲ ਛੂ ਕੇ ਸੋਨਾ ਬਣ ਜਾਣ ਦੀ ਗਾਥਾ ਵਾਂਗ, ਕਹਾਣੀ ਵਾਂਗ ਸਾਡੇ ਜੀਵਨ ਅੰਦਰ ਵੀ ਏਡਾ ਵੱਡਾ ਪਰਿਵਰਤਨ ਆ ਸਕਦਾ ਹੈ। ਵਿਕਾਰੀ ਮਨ ਜਿਹੜਾ ਕਿ ਵਿਕਾਰਾਂ 'ਚ ਗਲਿਆ ਸੜਿਆ ਪਿਆ, ਸਤਿਗੁਰੂ ਆਖਦੇ ਨੇ ਉਹ ਕਰੂਪਤਾ ਜੋ ਸਾਡੇ ਅੰਦਰ ਵਿਕਾਰਾਂ ਤੇ ਔਗਣਾਂ ਨਾਲ ਭਰੀ ਪਈ ਹੈ। ਸਤਿਗੁਰੂ ਆਖਦੇ ਨੇ ਬੜਾ ਹੀ ਥੋਥਲਾ ਜਿਹਾ ਜੀਵਨ, ਜਿਹੜਾ ਕਿ ਝੂਠ ਫਰੇਬ ਦਗੇਬਾਜ਼ੀ ਦੇ ਨਾਲ ਬਿਲਕੁਲ ਹੀ ਨਕਾਰਾ ਹੋ ਚੁੱਕਿਆ ਹੈ। ਗੁਰੂ ਦੇ ਸ਼ਬਦ ਨਾਲ ਇਸ ਜੀਵਨ ਨੂੰ ਨਵੇਂ ਅਰਥ ਮਿਲ ਜਾਂਦੇ ਨੇ, ਕੀਮਤ ਮਿਲ ਜਾਂਦੀ ਹੈ। ਇਹ ਜ਼ਿੰਦਗੀ ਕੀਮਤ ਵਾਲੀ ਬਣ ਜਾਂਦੀ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੀ ਵਿਚਾਰ ਪੜ੍ਹਦੇ ਹਾਂ। ਭਾਈ ਸੱਜਣ ਨੂੰ ਜਿਹੜਾ ਕਿ ਪਹਿਲਾਂ ਠੱਗੀਆਂ ਮਾਰਦਾ ਹੈ, ਇੱਕ ਬੇਨਤੀ ਕਰਾਂ, ਸੰਸਾਰ ਦੇ ਅੰਦਰ ਦੋ ਸ਼ਬਦ, ਦੋ ਤਿੰਨ ਸ਼ਬਦਾਂ ਦਾ ਬਹੁਤ ਬੋਲਬਾਲਾ ਰਿਹਾ ਹੈ। ਇੱਕ ਠੱਗ ਦਾ, ਇੱਕ ਚੋਰ ਦਾ, ਇੱਕ ਡਕੈਤ ਦਾ। ਚੋਰ ਉਹ ਹੁੰਦਾ ਜਿਹੜਾ ਸਾਡੀ ਪਿੱਠ ਪਿੱਛੇ ਸਾਡੀ ਚੀਜ਼ ਚੁੱਕਦਾ ਹੈ, ਉਹਦਾ ਧਿਆਨ ਹੁੰਦਾ ਵੀ ਕਿਸੇ ਦੀ ਅੱਖ ਮੈਨੂੰ ਵੇਖਦੀ ਨਾ ਹੋਵੇ, ਬਚਾ ਰੱਖਦਾ ਹੈ। ਆਪਣੀ ਆਇਡੈਂਟੀਟੀ ਨੂੰ ਲੁਕਾ ਕੇ ਉਹ ਆਪਣਾ ਕੰਮ ਕਰਦਾ ਹੈ। ਆਪਣੀ ਪਛਾਣ ਕਿਸੇ ਦੇ ਸਾਹਮਣੇ ਜ਼ਾਹਰ ਨਹੀਂ ਹੋਣ ਦਿੰਦਾ, ਪ੍ਰਗਟ ਨਹੀਂ ਹੋਣ ਦਿੰਦਾ। ਉਸ ਨੂੰ ਅਸੀਂ ਚੋਰ ਕਹਿੰਦੇ, ਜਿਹੜਾ ਆਪਣੀ ਪਛਾਣ ਲੁਕਾ ਕੇ, ਆਪਣੀ ਪਛਾਣ ਨੂੰ ਜ਼ਾਹਰ ਕਰੇ ਬਿਨਾਂ ਲੋਕਾਂ ਦੀਆਂ ਨਜ਼ਰਾਂ ਤੋਂ ਓਹਲੇ ਆਪਣਾ ਕੰਮ ਕਰਦਾ ਹੈ, ਉਹਨੂੰ ਅਸੀਂ ਚੋਰ ਕਹਿੰਦੇ ਹਾਂ। ਡਕੈਤ ਤੇ ਉਹ ਹੁੰਦਾ ਜਿਹੜਾ ਹਥਿਆਰ ਦੀ ਨੋਕ ਉੱਤੇ ਮੌਤ ਦਾ ਡਰ ਦੇ ਕੇ, ਮਾਰ ਦੇਣ ਦਾ ਡਰ ਦੇ ਕੇ ਸਾਡੇ ਕੋਲੋਂ ਸਾਰਾ ਕੁਝ ਲੁੱਟ ਕੇ ਲੈ ਜਾਏ ਬੜੇ ਜ਼ਾਲਮਾਨਾ ਢੰਗ ਦੇ ਨਾਲ, ਉਹਨੂੰ ਅਸੀਂ ਡਕੈਤ ਜਾਂ ਡਾਕੂ ਕਹਿੰਦੇ ਹਾਂ। ਤੇ ਤੀਸਰਾ ਹੈ ਠੱਗ। ਲੋਕ ਚੋਰਾਂ ਤੋਂ ਵੀ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਨੇ, ਡਕੈਤਾਂ ਤੋਂ ਵੀ ਬਚਣ ਦੀ ਕੋਸ਼ਿਸ਼ ਕਰਦੇ ਨੇ, ਪਰ ਬਹੁਤਾ ਸਮਾਜ ਜਿਹੜਾ ਚੋਰਾਂ ਤੋਂ ਬਚ ਜਾਏ, ਡਕੈਤਾਂ ਤੋਂ ਬਚ ਜਾਏ, ਉਹ ਠੱਗਾਂ ਹੱਥੋਂ ਲੁੱਟਿਆ ਜਾਂਦਾ ਹੈ। ਕਿਉਂਕਿ ਠੱਗ ਨੂੰ ਆਪਣੀ ਪਛਾਣ ਲੁਕਾਉਣ ਦੀ ਲੋੜ ਨਹੀਂ ਪੈਂਦੀ। ਠੱਗ ਨੂੰ ਆਪਣੇ ਹੱਥ ਵਿੱਚ ਹਥਿਆਰ ਫੜ ਕੇ, ਕਿਸੇ ਦੇ ਗਲੇ ਦੇ ਉੱਤੇ ਚਾਕੂ ਰੱਖ ਕੇ, ਕਿਸੇ ਨੂੰ ਗੋਲੀ ਮਾਰ ਦੇਣ ਦਾ ਡਰ ਦੇ ਕੇ, ਕਿਸੇ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਡਰ ਦੇ ਕੇ ਕੁਝ ਲੁੱਟਣਾ ਨਹੀਂ ਪੈਂਦਾ। ਠੱਗ ਤਾਂ ਅੱਖ 'ਚ ਅੱਖ ਪਾ ਕੇ ਗੱਲ ਕਰਦਾ ਹੈ, ਸਾਨੂੰ ਉਲਝਾਉਂਦਾ ਹੈ ਤੇ ਸਾਨੂੰ ਸਾਡੀ ਕਮਜ਼ੋਰੀ ਦਾ ਫਾਇਦਾ ਲੈ ਕੇ ਸਭ ਕੁਝ ਲੁੱਟ ਪੁੱਟ ਕੇ ਚਲਿਆ ਜਾਂਦਾ ਹੈ। ਕੁਝ ਸੁਚੇਤ ਹੁੰਦੇ ਨੇ ਜਿਹੜੇ ਪਹਿਲਾਂ ਤਾੜ ਜਾਂਦੇ ਨੇ, ਕੁਝ ਅਲਪ ਬੁੱਧ ਦੇ ਹੁੰਦੇ ਨੇ, ਥੋੜੀ ਮਤ ਵਾਲੇ, ਜਿਹੜੇ ਲੁੱਟੇ ਜਾਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਵੀ ਗੱਲ ਤੇ ਗਲਤ ਹੋ ਗਈ, ਬੰਦਾ ਠੱਗੀ ਮਾਰ ਗਿਆ। ਤੇ ਕੁਝ ਐਸੇ ਹੁੰਦੇ ਨੇ ਉਹਨਾਂ ਦੀ ਉਮਰ ਲੰਘ ਜਾਂਦੀ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਠੱਗੇ ਗਏ ਹਾਂ। ਠੱਗ ਜਿਹੜਾ ਹੈ ਉਹ ਕਦੇ ਵੀ ਲੁਕ ਕੇ ਕੰਮ ਨਹੀਂ ਕਰ ਸਕਦਾ, ਨਾ ਹੀ ਉਹਦੇ ਕੋਲ ਹਥਿਆਰ ਹੈ ਕੋਈ। ਠੱਗ ਦਾ ਕੰਮ ਬੜਾ ਸਿੱਧਾ ਹੈ। ਔਰ ਧਿਆਨ ਦੇਣਾ, ਗੁਰੂ ਨਾਨਕ ਮਹਾਰਾਜ ਦੇ ਜੀਵਨ ਅੰਦਰ ਭੂਮੀਏ ਦੇ ਨਾਲ ਚੋਰ ਸ਼ਬਦ ਜੁੜਿਆ ਹੈ ਤੇ ਸੱਜਣ ਦੇ ਨਾਲ ਠੱਗ ਸ਼ਬਦ ਜੁੜਿਆ ਹੈ। ਦੋਵਾਂ ਦੇ ਕੰਮ ਇੱਕੋ ਜਿਹੇ ਨੇ, ਪਰ ਰਸਤੇ ਵੱਖਰੇ ਵੱਖਰੇ, ਤਰੀਕੇ ਵੱਖਰੇ ਵੱਖਰੇ ਨੇ। ਇੱਕ ਆਪਣੀ ਪਛਾਣ ਲੁਕੋ ਕੇ ਕੰਮ ਕਰਦਾ ਹੈ ਤੇ ਇੱਕ ਆਪਣੀ ਪਛਾਣ ਸਾਹਮਣੇ ਰੱਖ ਕੇ ਕੰਮ ਕਰਦਾ ਹੈ। ਭਾਈ ਸੱਜਣ ਜਦੋਂ ਠੱਗੀਆਂ ਮਾਰਦਾ ਸੀ ਬਹੁਤ ਵੱਡੀ ਪੱਧਰ ਉੱਤੇ, ਉਹਨੇ ਠੱਗੀਆਂ ਵੀ ਕੀਤੀਆਂ,
ਹੁਣ ਐਸੇ ਵਿਅਕਤੀ ਦੇ ਪ੍ਰਤੀ ਨਾ ਸਮਾਜ ਵਿੱਚ ਬਹੁਤ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਵੀ ਬੰਦਾ ਠੱਗ ਹੈ, ਪਰ ਬਾਹਰੋਂ ਹੀ ਇਸ ਤਰ੍ਹਾਂ ਦਾ ਵਿਖਾਈ ਦਿੰਦਾ ਹੈ। ਬਹੁਤੇ ਲੋਕ ਤਾਂ ਭੁਲੇਖੇ ਦੇ ਸ਼ਿਕਾਰ ਹੁੰਦੇ, ਨਹੀਂ ਇਹ ਕਿਵੇਂ ਹੋ ਸਕਦਾ ਹੈ, ਬੰਦਾ ਤੇ ਬੜਾ ਧਾਰਮਿਕ ਹੈ, ਬੰਦਾ ਇੰਨੀ ਸੇਵਾ ਕਰਦਾ ਹੈ, ਇੰਨਾ ਧਰਮ ਕਰਮ ਕਰਦਾ ਹੈ, ਇਹਦੀ ਤਾਂ ਸ਼ਾਖ ਬੜੀ, ਲੋਕਾਂ 'ਚ ਸਤਿਕਾਰ ਬੜਾ ਹੈ, ਇਹਦੇ ਘਰਾਣੇ ਦਾ ਨਾਮ ਬੜਾ ਹੈ। ਲੋਕ ਇਹਨਾਂ ਗੱਲਾਂ ਨੂੰ ਜ਼ਿਆਦਾ ਵੇਖਦੇ ਨੇ, ਔਰ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਹੁੰਦੇ ਜਿਨ੍ਹਾਂ ਨੂੰ ਅਸਲੀਅਤ ਦਾ ਗਿਆਨ ਹੁੰਦਾ ਸ਼ੁਰੂ ਤੋਂ ਹਮੇਸ਼ਾ ਹੀ। ਗੌਰ ਕਰ ਲੈਣਾ, ਜੇ ਸੰਸਾਰ ਨੂੰ ਉਹਨਾਂ ਦਾ ਬਹੁਤਿਆਂ ਨੂੰ ਪਤਾ ਹੋਵੇ ਤੇ ਲੋਕ ਬਚ ਨਾ ਜਾਣ। ਬਚਦੇ ਤਾਂ ਨਹੀਂ ਕਿਉਂਕਿ ਬਹੁਤੇ ਲੋਕ ਭੁਲੇਖੇ ਵਿੱਚ ਹੀ ਰਹਿੰਦੇ ਨੇ। ਠੱਗ ਨੇ ਆਪਣਾ ਚਿਹਰਾ ਮੋਹਰਾ, ਆਪਣਾ ਰੂਪ ਰੰਗ, ਆਪਣਾ ਵਿਖਾਵਾ ਕੁਝ ਇਸ ਕਿਸਮ ਦਾ ਬਣਾਇਆ ਵੀ ਛੇਤੀ ਕੀਤਿਆਂ ਲੋਕ ਠੱਗੇ ਵੀ ਜਾਣ ਤੇ ਸ਼ੱਕ ਵੀ ਨਾ ਕਰਨ ਵੀ ਬੰਦਾ ਠੱਗ ਹੈ, ਮਾੜਾ ਹੈ। ਇਹ ਕੁਝ ਇਸ ਤਰ੍ਹਾਂ ਦੀ ਕਹਾਣੀ ਹੈ। ਜੇਕਰ ਇੰਨੀ ਸੋਝੀ ਸੰਸਾਰ ਦੇ ਲੋਕਾਂ ਨੂੰ ਹੋਵੇ, ਉਹ ਵਿਖਾਵੇ ਤੋਂ ਪਾਸੇ ਹੋ ਕੇ ਵੇਖ ਸਕਣ, ਉਹ ਕਿਸੇ ਦੀਆਂ ਮੋਮੋ ਠੱਗਣੀਆਂ ਗੱਲਾਂ ਤੋਂ ਬਚਾ ਕਰਨ ਦਾ ਉਹਨਾਂ ਦੇ ਅੰਦਰ ਚੇਤਨਾ ਹੋਵੇ, ਤਾਂ ਫਿਰ ਤਾਂ ਘਾਟਾ ਹੀ ਕਾਹਦਾ ਸਮਾਜ ਦੇ ਅੰਦਰ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਸਨ, ਉਹ ਕੁਝ ਉਂਗਲਾਂ ਤੇ ਗਿਣੇ ਜਾਣ ਵਾਲੇ ਲੋਕ ਸਮਾਜ ਦੇ ਜਿਹੜੇ ਇਸ ਗੱਲ ਨੂੰ ਸਮਝਦੇ ਨੇ ਵੀ ਸੱਜਣ ਦਾ ਕਿਰਦਾਰ ਠੱਗੀਆਂ ਮਾਰਨਾ ਹੈ, ਵਿਖਾਵਾ ਬਾਹਰੋਂ ਮੰਦਰ ਮਸਜਿਦ ਬਣਾਏ, ਬੜੀ ਵੱਡੀ ਸਰਾਂ ਬਣਾਈ, ਆਏ ਗਏ ਦੀ ਸੇਵਾ, ਬੜਾ ਕੁਝ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ, ਇਹ ਇੱਕ ਸਵਾਰਥ ਪੂਰਾ ਕਰਨ ਵਾਸਤੇ ਬਾਹਰੋਂ ਲੋਕਾਂ ਦੇ ਵਿਖਾਵੇ ਲਈ ਰੱਖੀਆਂ ਨੇ। ਸੰਸਾਰ ਵਿੱਚ ਐਸੇ ਲੋਕਾਂ ਦੀ ਕਮੀ ਨਹੀਂ ਜਿਹੜੇ ਧਰਮ ਦਾ ਨਾਮ, ਧਰਮ ਦੇ ਚਿੰਨ੍ਹਾਂ ਦੀ ਵਰਤੋਂ ਆਪਣੇ ਨਿੱਜੀ ਗਰਜ ਪੂਰੇ ਕਰਨ ਵਾਸਤੇ, ਲੋਕਾਂ ਨੂੰ ਲੁੱਟਣ ਵਾਸਤੇ ਇਹਨਾਂ ਚੀਜ਼ਾਂ ਨੂੰ ਕੇਵਲ ਸਿੰਬਲ ਦੇ ਤੌਰ ਤੇ, ਚੋਗਾ ਪਾਉਣ ਦੇ ਤੌਰ ਤੇ ਵਰਤਦੇ ਰਹਿੰਦੇ ਨੇ। ਸਦੀਆਂ ਤੋਂ ਇਹ ਕਹਾਣੀ ਚੱਲ ਰਹੀ ਹੈ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਜਗ੍ਹਾ ਤੇ ਜਾ ਕੇ ਸੱਜਣ ਨੂੰ ਉਪਦੇਸ਼ ਦਿੱਤਾ, ਸਮਝਾਇਆ, ਸੁਣਾਇਆ। ਔਰ ਮੈਂ ਕਹਿੰਦਾ ਧੰਨ ਹੈ ਉਹ ਬੰਦਾ ਜਿਸ ਨੇ ਗੁਰੂ ਦੀ ਮੱਤ ਨੂੰ ਸੁਣਿਆ, ਸ਼ਬਦ ਨੂੰ ਸੁਣਿਆ ਸਾਖੀਆਂ ਮੁਤਾਬਕ। ਕਿ ਗੁਰੂ ਨਾਨਕ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਵੀ ਸ਼ਬਦ ਗਾਓ, ਉਹਨਾਂ ਨੇ ਗਾਇਆ। ਇਹ ਕਿਹਾ ਰੱਬ ਦੀ ਸਿਫਤ ਕਰੀਏ, ਸਿਫਤ ਹੋਈ, ਸ਼ਬਦ ਗਾਇਆ। ਉਜਲ ਕਹਿਹਾਂ ਚਿਲਕਣਾ ਘੋਟਿਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ 100 ਧੋਵਾਂ ਤਿਸ, ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੇ ਖੜੇ ਦਿਸਨ, ਬੱਗਾਂ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ, ਸਿੰਬਲ ਰੁਖ ਸਰੀਰ ਮੈਂ ਜਨ ਦੇਖ ਭੁਲਨ, ਸੇ ਫਲ ਕੰਮ ਨ ਆਵਨੀ ਤੇ ਗੁਣ ਮੈਂ ਤਨ ਹਨ, ਔਂਦਲੇ ਭਾਰ ਉਠਾਇਆ ਡੂੰਗਰ ਵਾਟ ਬਹੁਤ, ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿੱਤ। ਹਜ਼ੂਰ ਆਪਣੇ ਰੌਂ ਵਿੱਚ ਗਾ ਰਹੇ ਨੇ, ਸੁਣਨ ਵਾਲੇ ਨੇ ਸੁਣ ਲਿਆ। ਧੰਨ ਹੈ ਜਿਸ ਨੇ ਇੱਕ ਵਾਰ ਸੁਣਿਆ ਤੇ ਗੱਲ ਐਸੀ ਸੁਰਤ ਉੱਤੇ ਟਿਕ ਗਈ, ਐਸੀ ਮਨ ਵਿੱਚ ਵਸ ਗਈ, ਆਪ ਹੀ ਆ ਕੇ ਮੁਆਫੀ ਮੰਗਦਾ, ਮਹਾਰਾਜ ਇਵੇਂ ਲੱਗਿਆ ਜਿਵੇਂ ਮੇਰੇ ਅੰਦਰ ਦੀ ਤੁਸਾਂ ਨੇ ਤਸਵੀਰ ਖਿੱਚ ਕੇ ਮੇਰੇ ਸਾਹਮਣੇ ਰੱਖ ਦਿੱਤੀ ਹੋਵੇ, ਜਿਵੇਂ ਮੇਰੇ ਹੀ ਅੰਦਰ ਦੇ ਹਾਲਾਤ ਤੁਸਾਂ ਬਿਆਨ ਕਰ ਦਿੱਤੇ ਹੋਣ। ਮੈਂ ਨਹੀਂ ਸਾਂ ਜਾਣਦਾ, ਤੁਸੀਂ ਮੇਰੇ ਬਾਰੇ ਇੰਨਾ ਜਾਣਦੇ। ਹਜ਼ੂਰ ਮਹਾਰਾਜ ਮੁਸਕਰਾਏ। ਹਜ਼ੂਰ ਕਹਿੰਦੇ ਕਿਵੇਂ ਲੱਗਦਾ ਤੈਨੂੰ ਆਪਣਾ ਆਪ? ਕਹਿਣ ਲੱਗਿਆ ਮਹਾਰਾਜ ਸੱਚ ਦੱਸਾਂ, ਜੋ ਤੁਸਾਂ ਨੇ ਕਿਹਾ ਬਿਲਕੁਲ ਇਹ ਹਾਲਾਤ ਮੇਰੇ ਅੰਤਰਾਤਮੇ ਦੇ ਨੇ। ਮੈਂ ਇਹ ਕੁਝ ਲੁਕੋਈ ਬੈਠਾ, ਐਸਾ ਹੀ ਕੁਝ ਮੇਰਾ ਜੀਵਨ ਹੈ। ਬਾਹਰ ਮੈਂ ਸਿਮਲ ਰੁੱਖ ਵਰਗਾ ਹਾਂ, ਪਰ ਫਿੱਕਾਪਨ, ਕਸੈਲਾਪਨ ਜੀਵਨ ਵਿੱਚ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਜੇ ਸਮਝਦਾ ਹੈ ਤੇ ਫਿਰ ਬਦਲਦਾ ਕਿਉਂ ਨਹੀਂ? ਜੇ ਸਮਝ ਗਏ ਹੈ ਕਿ ਆਹ ਕਮੀ ਹੈ ਜੀਵਨ ਅੰਦਰ, ਫਿਰ ਕੱਢਦਾ ਕਿਉਂ ਨਹੀਂ? ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੱਤ ਨੇ ਉਸ ਆਦਮੀ ਦੀ ਜ਼ਿੰਦਗੀ ਨੂੰ ਤਬਦੀਲ ਕਰ ਦਿੱਤਾ। ਤਬਦੀਲ ਕਿਵੇਂ ਹੋਇਆ? ਇਨਸਾਨ ਸ਼ਬਦ ਦੇ ਰਾਹੀਂ ਉਪਦੇਸ਼ ਦੀ ਵਿਚਾਰ ਨੂੰ, ਗੁਰੂ ਦੇ ਮੱਤ ਨੂੰ, ਗੁਰੂ ਦੇ ਸਿਧਾਂਤ ਨੂੰ, ਗੁਰੂ ਦੇ ਖਿਆਲ ਨੂੰ ਆਪਣੇ ਮਨ ਵਿੱਚ ਵਸਾ ਕੇ ਕੋਈ ਤਬਦੀਲੀ ਕੀਤੀ ਹੈ। ਹੋਰ ਕੋਈ ਤਰੀਕਾ ਨਹੀਂ ਸੀ। ਤੁਸੀਂ ਜਿੱਥੇ ਵੀ ਇਹ ਸਾਖੀ ਪੜੋਗੇ ਇਹਦਾ ਸਾਰਾਂਸ਼ ਇਹੋ ਹੀ ਨਿਕਲੇਗਾ ਵੀ ਗੁਰੂ ਦਾ ਉਪਦੇਸ਼ ਸੁਣਿਆ, ਮਨ ਚ ਵਸਾਇਆ ਤਾਂ ਸੱਜਣ ਬਦਲਿਆ। ਐਵੇਂ ਨਹੀਂ ਬਦਲ ਗਿਆ, ਕੋਈ ਜਾਦੂ ਨਹੀਂ ਹੋ ਗਿਆ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਆਖਦੇ ਨੇ
ਧਨ ਧਰਣੀ ਧਰ ਆਪ ਅਜੋਨੀ ਤੋਲ ਬੋਲ ਸੱਚ ਪੂਰਾ। ਸਤਿਗੁਰੂ ਆਖਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਧਰਣੀ ਧਰ, ਜਿਹੜਾ ਸਾਰੇ ਜਗਤ ਦੀ ਰਚਨਾ ਕਰਨ ਵਾਲਾ ਔਰ ਆਸਰਾ ਦੇਣ ਵਾਲਾ ਹੈ। ਆਪ ਅਜੋਨੀ, ਜਿਹੜਾ ਆਪ ਜੂਨਾਂ ਵਿੱਚ ਨਹੀਂ ਆਉਂਦਾ, ਭਾਵ ਜੀ ਦੀ ਬਣਤਰ ਕੋਈ ਨਹੀਂ, ਜਿਹੜਾ ਜੂਨਾਂ ਵਿੱਚ ਨਹੀਂ ਪੈਂਦਾ। ਸੰਸਾਰ ਦੇ ਲੋਕਾਂ ਨੇ ਖਿਆਲ ਬਣਾ ਰੱਖੇ ਨੇ ਵੀ ਉਹ ਕਦੇ ਮੱਛੀ ਦੇ ਰੂਪ ਵਿੱਚ ਆਇਆ, ਕਦੇ ਕੱਛੂ ਕੰਮੇ ਦੇ ਰੂਪ ਵਿੱਚ ਆਇਆ, ਕਦੇ ਕਿਸੇ ਰੂਪ ਵਿੱਚ ਆਇਆ, ਕਦੇ ਕਿਸੇ ਇਨਸਾਨ ਦੇ ਰੂਪ ਵਿੱਚ ਉਸ ਜਨਮ ਲਿਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਨੇ ਕਿਹਾ ਨਹੀਂ, ਉਹ ਵਾਹਿਗੁਰੂ ਜੂਨਾਂ ਤੋਂ ਰਹਿਤ ਹੈ। ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ। ਉਹ ਜ਼ੁਬਾਨ ਸੜ ਜਾਏ ਜਿਹੜੀ ਆਖਦੀ ਏ ਕਿ ਰੱਬ ਜੂਨਾਂ ਵਿੱਚ ਆਉਂਦਾ ਹੈ, ਰੱਬ ਇਹਨਾਂ ਪਸ਼ੂ ਪੰਛੀਆਂ ਮਨੁੱਖਾਂ ਔਰਤਾਂ ਦੇ ਰੂਪ ਵਿੱਚ ਸੰਸਾਰ ਵਿੱਚ ਜਨਮ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ ਨਹੀਂ, ਹੁਕਮੀ ਹੁਕਮ ਚਲਾਏ ਰਾਹ। ਉਹ ਆਪਣੇ ਨਿਯਮ ਆਪਣੇ ਹੁਕਮਾਂ ਮੁਤਾਬਕ ਸਾਰੀ ਕੁਦਰਤ ਨੂੰ ਚਲਾ ਰਿਹਾ ਹੈ। ਉਹਨੂੰ ਕਿਸੇ ਪਸ਼ੂ ਪੰਛੀ ਮਨੁੱਖ ਦੇ ਰੂਪ ਵਿੱਚ ਜਨਮ ਲੈਣ ਦੀ ਕੋਈ ਜ਼ਰੂਰਤ ਹੀ ਨਹੀਂ। ਉਹਦੀ ਜੋਤ ਹੀ ਜਦੋਂ ਸਾਰਿਆਂ ਵਿੱਚ ਰਮੀ ਹੋਈ, ਫਿਰ ਉਹ ਉਚੇਚੇ ਤੌਰ ਉੱਤੇ ਕੋਈ ਰੂਪ ਕਿਉਂ ਧਾਰਨ ਕਰੇ। ਸਤਿਗੁਰੂ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਉਹ ਜੂਨਾਂ ਤੋਂ ਰਹਿਤ, ਸਾਰੀ ਧਰਤੀ ਦਾ ਜੀਵਾਂ ਦਾ ਅਸਲ ਆਸਰਾ। ਸਤਿਗੁਰੂ ਕਹਿੰਦੇ ਨੇ ਉਹ ਵਾਹਿਗੁਰੂ ਦੇ ਗੁਣਾਂ ਦਾ, ਐਸੇ ਰੱਬ ਦੇ ਗੁਣਾਂ ਦਾ ਧਨ ਦੌਲਤ, ਗੁਣਾ ਰੂਪੀ ਦੌਲਤ ਗੁਰੂ ਸਤ ਸੰਗੀ ਦੀ ਝੋਲੀ ਵਿੱਚ ਪਾਉਂਦਾ ਹੈ, ਸਤ ਸੰਗੀ ਦੇ ਮਨ ਵਿੱਚ ਵਸਾ ਦਿੰਦਾ ਹੈ। ਤੋਲ ਬੋਲ ਸੱਚ ਪੂਰਾ। ਗੁਰੂ ਤੋਲਦਾ ਵੀ ਪੂਰਾ ਹੈ ਤੇ ਬੋਲਦਾ ਵੀ ਪੂਰਾ ਹੈ। ਤੋਲ ਦਾ ਅਰਥ ਹੁੰਦਾ ਹੈ ਕਿਰਦਾਰ ਦਾ। ਜੋ ਗੁਰੂ ਕਹਿੰਦਾ ਉਹ ਪਰਫੈਕਟ ਹੈ, ਤੇ ਜੋ ਗੁਰੂ ਆਖਦਾ ਉਹਨੂੰ ਉਹਨੇ ਕਮਾਇਆ ਵੀ ਹੁੰਦਾ ਹੈ। ਸਤਿਗੁਰੂ ਜੀ ਇਸੇ ਕਰਕੇ ਬਾਣੀ ਚ ਆਖਦੇ ਨੇ ਐਸੇ ਗੁਰ ਕਉ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ। ਵੀ ਆਪ ਮੁਕਤ ਹੈ ਤਾਂ ਹੀ ਸਾਨੂੰ ਤਾਰ ਰਿਹਾ। ਐਸਾ ਨਹੀਂ ਕਿ ਉਹ ਆਪ ਅਧੂਰਾ ਹੈ, ਅੱਧ ਵਿਚਕਾਰ ਹੈ ਤੇ ਫਿਰ ਸਾਡਾ ਭਲਾ ਕਰਨ ਵਾਸਤੇ ਤੁਰਿਆ, ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿਧਾਂਤ ਹੈ ਗੁਰੂ ਤੋਲਦਾ ਪੂਰਾ ਹੈ ਔਰ ਬੋਲਦਾ ਵੀ ਪੂਰਾ ਹੈ। ਭਾਵ ਉਹਦੇ ਬਚਨਾਂ ਵਿੱਚ ਵੀ ਸਚਾਈ ਹੈ ਤੇ ਉਹਦੇ ਕਿਰਦਾਰ ਵਿੱਚ ਵੀ ਸੱਚ ਹੈ। ਦੋਹੀਂ ਪਾਸੇ ਪਰਫੈਕਟ ਹੈ। ਇਸੇ ਕਰਕੇ ਗੁਰ ਪੂਰਾ, ਮੇਰਾ ਗੁਰ ਪੂਰਾ, RAM ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸ਼ੇ ਰੋਗ ਕੂਰਾ। ਕਿ ਗੁਰੂ ਪੂਰਾ ਹੈ, ਅਧੂਰਾ ਨਹੀਂ। ਅਧੂਰਾ ਉਹ ਹੁੰਦਾ ਜਿਹਦਾ ਕਹਿਣਾ ਕੁਝ ਹੋਰ ਹੈ ਤੇ ਕਰਨਾ ਕੁਝ ਹੋਰ ਹੈ, ਜਿਹਦੇ ਜੀਵਨ ਚ ਕਚਿਆਈ ਹੈ, ਜਿਹਦੇ ਬੋਲਾਂ ਚ ਕਚਿਆਈ ਹੈ। ਪਰ ਗੁਰੂ ਦੇ ਨਾ ਬੋਲ ਵਿੱਚ ਕੱਚਾਪਨ ਹੈ, ਅਧੂਰਾਪਨ ਹੈ, ਨਾ ਗੁਰੂ ਦੇ ਕਿਰਦਾਰ ਵਿੱਚ ਅਧੂਰਾਪਨ ਹੈ। ਉਹਦੇ ਤੋਲ ਤੇ ਬੋਲ ਦੋਵੇਂ ਹੀ ਪਰਫੈਕਟ ਨੇ, ਪੂਰੇ ਨੇ। ਗੁਰੂ ਦਾਤਾ ਜੀ ਆਖਦੇ ਨੇ ਤੋਲ ਬੋਲ ਸੱਚ ਪੂਰਾ। ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਨਾਲ ਜੁੜਿਆ ਹੋਇਆ ਕਿਰਦਾਰ ਦਾ ਵੀ ਔਰ ਬਚਨਾਂ ਦਾ ਵੀ ਮੁਕੰਮਲ ਹੈ, ਪੂਰਾ ਹੈ। ਔਰ ਉਹ ਰੱਬੀ ਨਾਮ ਦੀ ਦੌਲਤ ਸਾਨੂੰ ਦਿੰਦਾ ਹੈ। ਰੱਬ ਦੇ ਨਾਮ ਦੀ ਦੌਲਤ। ਸਤਿਗੁਰ ਸਿੱਖ ਕਉ ਨਾਮ ਧਨ ਦੇ। ਗੁਣਾਂ ਦੀ ਦੌਲਤ ਦੇ ਕੇ ਨਿਵਾਜਦਾ ਹੈ। ਗੁਰੂ ਦਾ ਇਹ ਮਨਸ਼ਾ ਹੈ ਵੀ ਸਾਡੇ ਜੀਵਨ ਅੰਦਰ ਦਇਆ ਹੋਵੇ, ਸਬਰ ਹੋਵੇ, ਸਿਦਕ ਹੋਵੇ, ਸੰਤੋਖ ਹੋਵੇ, ਸੇਵਾ ਹੋਵੇ, ਪਰਉਪਕਾਰ ਹੋਵੇ। ਇਹ ਉਹ ਦੌਲਤ ਹੈ ਜਿਸ ਤੋਂ ਬਿਨਾਂ ਸਾਰਾ ਸੰਸਾਰ ਹੀ ਦੁਖੀ ਹੋਇਆ ਪਿਆ, ਕੁਰਾਮ ਮਚਿਆ ਹੋਇਆ। ਮਨੁੱਖ ਨੇ ਪਦਾਰਥਕ ਦੌਲਤਾਂ ਇਕੱਠੀਆਂ ਕਰਨ ਤੋਂ ਬਾਅਦ ਵੀ ਆਪਣੇ ਦੁੱਖਾਂ ਤੋਂ ਅਜੇ ਜੇ ਛੁਟਕਾਰਾ ਨਹੀਂ ਪਾਇਆ ਤਾਂ ਉਸ ਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਨਸਾਨ ਕਿਰਦਾਰ ਦੇ ਤੌਰ ਦੇ ਉੱਤੇ ਬਹੁਤ ਖਾਲੀ ਤੇ ਗਰੀਬ ਹੈ। ਉਹਦੇ ਕਿਰਦਾਰ ਵਿੱਚ ਉਹ ਕੋਈ ਚੀਜ਼ ਨਹੀਂ ਜਿਹੜੀ ਉਹਨੂੰ ਸੁੱਖ ਦੇ ਸਕੇ, ਸਹੂਲਤ ਦੇ ਸਕੇ। ਵੇਖੋ ਸੰਸਾਰ ਦੇ ਅੰਦਰ ਬੜੇ ਵੱਡੇ ਵੱਡੇ ਅਮੀਰ, ਪਦਾਰਥਾਂ ਦੇ ਮਾਲਕ, ਕਹਿੰਦੇ ਕਹਾਉਂਦੇ, ਕਮਾਈਆਂ ਕਰਨ ਵਾਲੇ ਰੋਂਦੇ ਹੋਏ, ਚੀਕਦੇ ਹੋਏ ਥਾਂ ਥਾਂ ਦੇ ਉੱਤੇ ਦੌੜ ਭੱਜ ਕਰ ਰਹੇ ਨੇ, ਸਾਨੂੰ ਕੋਈ ਸੁੱਖ ਦੇ ਜਾਏ, ਕੋਈ ਸਾਡੇ ਪਰਿਵਾਰ 'ਚ ਸੁੱਖ ਸ਼ਾਂਤੀ ਆ ਜਾਏ, ਕੋਈ ਸਾਡੇ ਮਨ ਨੂੰ ਤਸੱਲੀ ਮਿਲ ਜਾਏ। ਇਹ ਇਸ ਗੱਲ ਦਾ ਪੱਕਾ ਸਬੂਤ ਹੈ ਵੀ ਇਨਸਾਨ ਨੇ ਭਾਵੇਂ ਪਦਾਰਥਕ ਤੌਰ ਤੇ, ਮਾਇਕ ਤੌਰ ਤੇ ਬਹੁਤ ਉન્નਤੀ ਕਰ ਲਈ, ਤਰੱਕੀ ਕਰ ਲਈ, ਪਰ ਕਿਰਦਾਰ ਦੀਆਂ ਘਾਟਾਂ ਜਿਹੜੀਆਂ ਨੇ ਉਹ ਇਨਸਾਨ ਦੇ ਦੁੱਖਾਂ ਦੀ ਵਜ੍ਹਾ ਅਜੇ ਵੀ ਬਣੀਆਂ ਹੋਈਆਂ ਨੇ। ਔਰ ਗੁਰੂ ਕਿਰਪਾ ਕਰਕੇ ਸਾਡੇ ਜੀਵਨ ਨੂੰ ਇਹ ਦਾਤ, ਇਹ ਧਨ ਦਿੰਦਾ ਜਿਹੜਾ ਦੁਨੀਆ ਦੀ ਕਿਸੇ ਦੌਲਤ ਨਾਲ ਖਰੀਦਿਆ ਨਹੀਂ ਜਾ ਸਕਦਾ। ਉਹ ਪਦਾਰਥ, ਉਹ ਜ਼ਿੰਦਗੀ ਦੀ ਤਸੱਲੀ ਤੇ ਸੁੱਖ ਦਿੰਦਾ, ਪਰ ਉਹ ਆਉਣਾ ਕਿੱਥੋਂ ਹੈ?
ਇਹ ਦਾਤ ਆਵੇ ਕਿਤੋਂ? ਜੀਵਨ 'ਚ ਸੁੱਖ ਆਏ, ਤਸੱਲੀ ਆਏ, ਟਿਕਾ ਆਏ। ਇਹ ਗੁਣ ਜੀਵਨ ਵਿੱਚ ਹੋਣ। ਇਹ ਮਿਲਣਗੇ ਕਿੱਥੋਂ? ਇਹ ਤਦੋਂ ਮਿਲਣਗੇ ਜਦੋਂ ਗੁਰੂ ਦੇ ਉਪਦੇਸ਼ ਨੂੰ ਕਮਾ ਕੇ, ਜਦੋਂ ਇਹਨਾਂ ਸ਼ੁਭ ਗੁਣਾਂ ਦੀ ਪ੍ਰੈਕਟਿਸ ਆਪਣੇ ਜੀਵਨ ਅੰਦਰ ਕੀਤੀ ਜਾਏਗੀ। ਇਹ ਐਸਾ ਜੀਵਨ ਤਾਂ ਤਦੋਂ ਹੀ ਬਣ ਸਕਦਾ ਹੈ। ਇਹ ਜੀਵਨ ਖੁਦ ਹੀ ਕਮਾ ਕੇ ਇਹਨਾਂ ਗੁਣਾਂ ਨੂੰ ਤਾਂ ਬਣਾਇਆ ਜਾ ਸਕਦਾ ਹੈ। ਇਹ ਮਨੁੱਖ ਦੇ ਅੰਦਰ ਭਰਮ ਟਿਕ ਗਿਆ ਕਿ ਧਰਮ ਗ੍ਰੰਥਾਂ ਦੇ ਪਾਠ ਕਿਸੇ ਕੋਲੋਂ ਕਰਵਾ ਲਓ, ਕੋਈ ਸਾਡੇ ਵਾਸਤੇ ਕਮਾਈ ਕਰ ਲਵੇ, ਕੋਈ ਸਾਡੇ ਵਾਸਤੇ ਕਿਸੇ ਖੂੰਜੇ ਵਿੱਚ ਬਹਿ ਕੇ ਮੰਤਰ ਪੜ੍ਹ ਦੇਵੇ, ਕੋਈ ਸਾਨੂੰ ਧਾਗੇ ਦੇ ਦੇਵੇ, ਤਵੀਤ ਦੇ ਦੇਵੇ ਤੇ ਖੌਰੇ ਸਾਡੀ ਪੂਰੀ ਪੈ ਜਾਣੀ ਹੈ। ਮੈਂ ਅਕਸਰ ਅਰਜ਼ ਕਰਿਆ ਕਰਦਾ, ਹੁਣ ਤੱਕ ਬੜੇ ਲੋਕਾਂ ਨੇ ਸਾਰਾ ਕੁਝ ਕੀਤਾ, ਉਹਨਾਂ ਨੂੰ ਪੁੱਛ ਕੇ ਵੇਖੋ ਕਿਸੇ ਸਿਰੇ ਗੱਲ ਲੱਗੀ। ਜੇ ਕੋਈ ਗੱਲ ਹੁੰਦੀ ਤੇ ਉਹਨੂੰ ਦੁਨੀਆ ਸੁਖੀ ਨਾ ਹੋ ਜਾਂਦੀ। ਕਦੋਂ ਦੀ ਇਹ ਖੇਡ ਚੱਲ ਰਹੀ ਹੈ, ਕਦੋਂ ਦਾ ਇਹ ਝੂਠ ਦਾ ਬੋਲਬਾਲਾ ਸਦੀਆਂ ਤੋਂ ਚੱਲ ਰਿਹਾ। ਕੋਈ ਤਵੀਜ਼ ਦੇ ਰਿਹਾ, ਕੋਈ ਧਾਗੇ ਦੇ ਰਿਹਾ, ਕੋਈ ਮੰਤਰ ਦੇ ਰਿਹਾ, ਕੋਈ ਪਾਣੀ ਨੂੰ ਫੂਕਾਂ ਮਾਰ ਕੇ। ਜੇ ਕਿਸੇ ਸਿਰੇ ਗੱਲ ਲੱਗਣੀ ਹੁੰਦੀ ਉਹਨੂੰ ਲੱਗ ਜਾਣੀ ਚਾਹੀਦੀ ਸੀ। ਸੰਸਾਰ ਉਲਝਦਾ ਹੀ ਰਿਹਾ ਹੁਣ ਤੱਕ ਤੇ ਅਜੇ ਵੀ ਉਲਝਿਆ ਹੀ ਪਿਆ। ਪਰ ਫਿਰ ਵੀ ਬੰਦੇ ਨੂੰ ਤੁਸੀਂ ਪੁੱਛੋ, ਇੱਕ ਜਗ੍ਹਾ ਤੋਂ ਹਟਦਾ, ਦੂਜੀ ਜਗ੍ਹਾ, ਦੂਜੀ ਤੋਂ ਤੀਜੀ ਜਗ੍ਹਾ, ਥਾਂ ਥਾਂ ਤੇ ਹੱਟ ਵਿਕਾਏ ਆਪਣਾ ਈਮਾਨ ਵੇਚ ਰਿਹਾ ਬੰਦਾ। ਥਾਂ ਥਾਂ ਤੇ ਜਾ ਕੇ ਕੋਈ ਮੁਰਦਿਆਂ ਨੂੰ ਪੂਜਦਾ, ਪਰ ਗੱਲ ਕਿਸੇ ਸਿਰੇ ਲੱਗੀ ਨਹੀਂ। ਅਜੇ ਵੀ ਗੱਲ ਉੱਥੇ ਦੀ ਉੱਥੇ ਹੀ ਖੜੀ ਹੈ। ਜ਼ਿੰਦਗੀ ਦੇ ਅੰਦਰ ਨਾ ਸੁੱਖ ਹੈ, ਨਾ ਤਸੱਲੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ, ਕਿਉਂਕਿ ਲੱਭ ਹੀ ਉੱਥੇ ਰਿਹਾ ਜਿੱਥੇ ਹੈ ਹੀ ਕੱਖ ਨਹੀਂ। ਇਹ ਲੱਭਣ ਹੀ ਉੱਧਰ ਜਾਂਦਾ ਹੈ ਜਿੱਥੇ ਹੈ ਕੱਖ ਨਹੀਂ। ਜਿਹੜੇ ਆਪ ਭੁੱਖੇ ਨੇ ਉਹ ਦਾਅਵਾ ਕਰ ਰਹੇ ਨੇ ਸੰਸਾਰ ਨੂੰ ਰਜਾ ਦੇਣ ਦਾ। ਕਿੱਡੀ ਹੈਰਾਨੀ ਦੀ ਗੱਲ ਹੈ। ਜਿਹੜੇ ਆਪ ਭੁੱਖੇ ਨੇ ਨਾ, ਉਹ ਸੰਸਾਰ ਨੂੰ ਰਜਾ ਦੇਣ ਦਾ ਦਾਅਵਾ ਕਰਦੇ ਨੇ। ਜਿਹੜੇ ਆਪ ਪੂਣੇ ਨੇ ਉਹ ਸੰਸਾਰ ਨੂੰ ਪਰਫੈਕਟ ਬਣਾ ਦੇਣ ਦੀਆਂ ਗੱਲਾਂ ਕਰਦੇ ਨੇ। ਇਹ ਵਡਿਆਈ ਹੈ ਗੁਰੂ ਨਾਨਕ ਮਹਾਰਾਜ ਦੀ ਵਿਚਾਰਧਾਰਾ ਵਿੱਚ। ਗੁਰੂ ਇਹੋ ਜਿਹੇ ਛਲਾਵੇ ਤੇ ਧੋਖਿਆਂ ਨੂੰ ਪਸੰਦ ਹੀ ਨਹੀਂ ਕਰਦਾ। ਗੁਰੂ ਸਪਸ਼ਟ ਬਾਤ ਕਹਿੰਦਾ, ਆਹ ਗੱਲ ਮੰਨ ਲਏਗਾ ਤੇ ਸੁਖੀ ਹੋ ਜਾਏਗਾ, ਨਹੀਂ ਮੰਨੇਗਾ ਤੇ ਮਰਜ਼ੀ ਤੇਰੀ ਹੈ। ਨਾ ਤਾਂ ਮੈਂ ਤੈਨੂੰ ਕੋ ਧਾਗੇ ਦੇਣੇ ਨੇ, ਨਾ ਪਾਣੀ ਦੇਣੇ ਨੇ। ਵੈਸੇ ਸਿੱਖ ਬੜਾ ਚਲਾਕ ਨਿਕਲਿਆ। ਗੁਰੂ ਨੇ ਆਖਿਆ ਮੈਂ ਧਾਗੇ ਤੇ ਪਾਣੀ ਨਹੀਂ ਦਿੰਦਾ, ਸਿੱਖ ਨੇ ਆਪੇ ਹੀ ਧਾਗਾ ਬੰਨਿਆ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਨਾਲ, ਆਪੇ ਹੀ ਖੋਲ ਕੇ ਆਪਣੇ ਗੁੱਟ ਨਾਲ ਬੰਨ ਲਿਆ। ਲਓ ਮਹਾਰਾਜ, ਤੁਹਾਡੀ ਮਰਜ਼ੀ ਦੇ ਮੁਤਾਬਕ ਆਪਾਂ ਕਦੋਂ ਚੱਲਣਾ। ਆਪੇ ਹੀ ਘੜਾ ਪਾਣੀ ਦਾ ਰੱਖਿਆ, ਆਪੇ ਹੀ ਉਹਦੇ ਚੋਂ ਪਾਣੀ ਵਰਤਾ ਕੇ ਪੀਤੀ ਜਾਂਦਾ ਹੈ। ਗੁਰੂ ਦੀ ਸੁਣਦਾ ਹੀ ਕੱਖ ਨਹੀਂ। ਸਿੱਖ ਇਸ ਗੱਲੋਂ ਅੱਜ ਅਸੀਂ ਬਹੁਤ ਚਲਾਕ ਹੋ ਗਏ। ਜੋ ਗੁਰੂ ਨਹੀਂ ਸੀ ਚਾਹੁੰਦਾ ਉਹ ਵੀ ਆਪਾਂ ਕਰ ਛੱਡੇ ਕਿ ਤੁਸੀਂ ਨਹੀਂ ਦੇਣਾ, ਅਸੀਂ ਆਪੇ ਕਰ ਲਵਾਂਗੇ। ਪਰ ਗੁਰੂ ਕੇ ਪਿਆਰ ਵਾਲਿਓ, ਸੱਚੀ ਬਾਤ ਇਹ ਹੈ ਕਿ ਸਾਡੇ ਮਨ ਨੇ ਅੰਮ੍ਰਿਤ ਬਣਨਾ ਹੈ ਗੁਰੂ ਕੀ ਪਾਵਨ ਬਾਣੀ ਨਾਲ। ਮੈਂ ਕਈ ਵਾਰ ਹੈਰਾਨ ਹੁੰਦਾ, ਪਾਣੀ ਦਾ ਇੱਕ ਬਰਤਨ ਅਸੀਂ ਰੱਖਦੇ ਹਾਂ ਨਾ, ਸਾਰੇ ਕਹਿੰਦੇ ਨੇ ਅੰਮ੍ਰਿਤ ਹੋ ਗਿਆ। ਕਿਉਂ ਭਲਾ? ਕਿਉਂਕਿ ਜੀ ਇਹਦੇ ਤੇ ਬਾਣੀ ਪੜ੍ਹੀ ਗਈ ਹੈ। ਭਲਿਓ ਤੁਸੀਂ ਬਾਣੀ ਪੜ੍ਹ ਲਓ, ਤੁਸੀਂ ਅੰਮ੍ਰਿਤ ਹੋ ਜਾਓ। ਇਹਨਾਂ ਵਲ ਫਿਰ ਪਾ ਕੇ ਗੱਲ ਕਰਨ ਦੀ ਕੀ ਲੋੜ ਹੈ? ਪਹਿਲਾਂ ਪਾਣੀ ਨੂੰ ਅੰਮ੍ਰਿਤ ਬਣਾਓ, ਫਿਰ ਪਾਣੀ ਨੂੰ ਪੀਓ, ਫਿਰ ਸਾਡੇ ਮਨ ਨੂੰ ਸੁੱਖ ਮਿਲੇ, ਸਾਡੇ ਜੀਵਨ ਵਿੱਚ ਸੁੱਖ ਆਏ, ਬਾਣੀ ਦਾ ਰਸ ਭਰ ਜਾਏ। ਇਹ ਘੜੇ ਨੂੰ ਪਾਣੀ ਨੂੰ ਵਿੱਚ ਵਿਚੋਲਾ ਬਣਾਉਣ ਦੀ ਲੋੜ ਕੀ ਸੀ? ਅਸੀਂ ਸਿੱਧਾ ਹੀ ਬਾਣੀ ਕਿਉਂ ਨਾ ਪੜ੍ਹ ਲੈਂਦੇ? ਸਿੱਧਾ ਹੀ ਬਾਣੀ ਸੁਣ ਕੇ, ਬਾਣੀ ਤੇ ਅਮਲ ਕਰਕੇ ਆਪਣੇ ਜੀਵਨ ਨੂੰ ਅੰਮ੍ਰਿਤ ਬਣਾਉਣ ਦਾ ਯਤਨ ਕਿਉਂ ਨਹੀਂ ਕਰਦੇ? ਅਸੀਂ ਸਮਝ ਲਿਆ ਬਾਣੀ ਇੱਕ ਮੰਤਰ ਹੈ। ਮੰਤਰ ਮਾਰੋ, ਪਾਣੀ 'ਚ ਤਾਕਤ ਆ ਜਾਂਦੀ ਹੈ। ਉਹ ਪਾਣੀ ਨੂੰ ਪੀ ਕੇ ਬੜਾ ਕੁਝ ਹੋ ਜਾਂਦਾ ਹੈ। ਤੋ ਬੇਈਮਾਨਾਂ ਨੂੰ ਪਿਆਓ, ਉਹ ਨੇਕ ਬਣ ਜਾਣ। ਕੌੜਾ ਬੋਲਣ ਵਾਲਿਆਂ ਨੂੰ ਪਿਆਓ, ਉਹ ਮਿੱਠਾ ਬੋਲਣ ਲੱਗ ਪੈਣ। ਹੋਏਗਾ ਇਵੇਂ? ਨਹੀਂ ਹੁੰਦਾ। ਜੇ ਹੋ ਜਾਂਦਾ ਨਾ, ਖਿਮਾ ਕਰਨਾ, ਸਭ ਤੋਂ ਪਹਿਲਾਂ ਅਸੀਂ ਧਾਰਮਿਕ ਖਵਾਉਣ ਵਾਲੇ ਲੋਕ ਐਸਾ ਪਾਣੀ ਪੀ ਕੇ ਉਜਲੇ ਹੋ ਜਾਂਦੇ, ਫਿਰ ਕੁਝ ਵੀ ਕਰਨ ਦੀ ਲੋੜ ਨਹੀਂ ਸੀ। ਫਿਰ ਤਾਂ ਬਾਣੀ ਦਾ ਸਾਰਾ ਅਸਰ ਸਾਡੇ ਜੀਵਨ 'ਚ ਆ ਜਾਣ। ਗੱਲ ਤਾਂ ਸੋਚਣ ਦੀ ਹੈ, ਗੱਲ ਤਾਂ ਵਿਚਾਰ ਦੀ ਹੈ। ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਮੁਬਾਰਕ ਬਾਣੀ ਐਸੇ ਕਰਮ ਕਾਂਡਾਂ ਨੂੰ ਸੱਚ ਮੰਨਦੀ ਹੈ ਜੋ ਅਸੀਂ ਅੱਜ ਕਰ ਰਹੇ ਹਾਂ ਆਪਣੇ ਜੀਵਨ ਕਾਲ ਵਿੱਚ? ਤਾਂ ਜ਼ਰੂਰਤ ਕਿਹੜੀ ਗੱਲ ਦੀ ਹੈ? ਉਲਝਣ ਇਹ ਹੈ ਕਿ ਅਸੀਂ ਕਰਮ ਕਾਂਡ ਨੂੰ ਸਿੱਖੀ ਦਾ ਲੇਬਲ ਚਿਪਕਾ ਕੇ ਉਵੇਂ ਹੀ ਐਕਸੈਪਟ ਕਰ ਲਿਆ। ਇਹ ਕੋਸ਼ਿਸ਼ ਭੋਖਣ ਦੀ ਨਹੀਂ ਕੀਤੀ ਵੀ ਗੁਰੂ ਕੀ ਕਹਿੰਦਾ। ਗੁਰੂ ਕਹਿੰਦਾ ਬੰਦਿਆ, ਆਪਣੇ ਜੀਵਨ ਨੂੰ, ਆਪਣੇ ਕਿਰਦਾਰ ਨੂੰ ਅੰਮ੍ਰਿਤ ਵਰਗਾ ਬਣਾ। ਉਹ ਤਦੋਂ ਹੀ ਬਣੇਗਾ ਜੇ ਤੂੰ ਸ਼ਬਦ ਨੂੰ, ਗੁਰੂ ਦੇ ਉਪਦੇਸ਼, ਗੁਰੂ ਦੀ ਮੱਤ ਨੂੰ ਕਮਾਏਗਾ ਆਪਣੇ ਜੀਵਨ ਅੰਦਰ। ਹੁਣ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੋ ਬਚਨ ਕਰਦੇ ਨੇ ਵੀ ਗੁਰੂ ਤੋਲ ਔਰ ਬੋਲ ਦੋਵਾਂ ਵਿੱਚ ਪੂਰਾ ਹੈ, ਉਹਦੇ ਕਿਰਦਾਰ ਵਿੱਚ ਵੀ ਕਮੀ ਨਹੀਂ,
ਉਹਦੇ ਵਿਹਾਰ ਵਿੱਚ ਵੀ ਕੋਈ ਕਮੀ ਨਹੀਂ, ਊਣ ਨਹੀਂ, ਔਰ ਜੋ ਨੇ ਕਿਹਾ ਉਹ ਵੀ ਸਾਡੇ ਭਲੇ ਲਈ ਪੂਰਾ ਹੀ ਕਿਹਾ, ਉਹਦੇ ਪਿੱਛੇ ਵੀ ਭਾਵਨਾ ਕੋਈ ਮਾੜੀ ਨਹੀਂ। ਮੇਰੀ ਭਾਵਨਾ ਹੋ ਸਕਦੀ ਹੈ ਤੁਹਾਨੂੰ ਦੱਸਣ ਦੀ ਕੁਝ ਹੋਰ ਹੋਵੇ, ਪਰ ਗੁਰੂ ਨੇ ਜਦੋਂ ਆਪਣਾ ਸ਼ਬਦ ਕਿਹਾ, ਗੁਰੂ ਦੀ ਭਾਵਨਾ ਸਾਨੂੰ ਸਵਾਰਨ ਵਾਸਤੇ ਹੀ ਹੈ, ਇਹਦਾ ਜੀਵਨ ਸਵਰ ਜਾਏ। ਹਜ਼ੂਰ ਆਖਦੇ ਨੇ, ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰ ਸੂਰਾ। ਕਰਤਾ ਜੋ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ, ਉਹਦੀ ਮਿਤ, ਉਹਦਾ ਅੰਦਾਜ਼ਾ, ਉਹ ਰੱਬ ਕਿੱਡੇ ਗੁਣਾਂ ਦਾ ਮਾਲਕ ਹੈ, ਕਿੰਨਾ ਕੁਛ ਹੈ। ਉਸ ਰੱਬ ਦੇ ਗੁਣ ਕੀ ਨੇ, ਜਾਂ ਤਾਂ ਵਾਹਿਗੁਰੂ ਆਪ ਜਾਣਦਾ ਹੈ, ਜਾਂ ਗੁਰੂ ਜਿਹੜਾ ਉਸ ਰੱਬ ਬਾਰੇ ਸੋਝੀ ਰੱਖਣ ਵਾਲਾ ਹੈ ਉਹ ਜਾਣਦਾ ਹੈ। ਸੂਰਮਾ ਗੁਰੂ, ਬਹਾਦਰੀ ਦਾ ਪੁੰਜ ਗੁਰੂ। ਉਹ ਸੂਰਮਾ ਇਸ ਕਰਕੇ ਹੈ ਕਿ ਉਹ ਔਗਣਾ ਨਾਲ ਜੂਝਦਾ ਹੈ, ਔਗਣਾ ਅੱਗੇ ਲਿਖਦਾ ਨਹੀਂ। ਉਹਦੀ ਬਹਾਦਰੀ ਇਹ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਚੌਥੇ ਬੰਦ ਵਿੱਚ ਬਖਸ਼ਿਸ਼ ਕਰਦੇ ਨੇ, ਗਿਆਨ ਗਵਾਇਆ ਦੂਜਾ ਭਾਇਆ, ਗਰਭ ਗਲੇ ਭਿਖ ਖਾਇਆ। ਸਤਿਗੁਰੂ ਆਖਦੇ, ਜਿਨ੍ਹਾਂ ਨੇ ਗੁਰੂ ਦੇ ਗਿਆਨ ਨਾਲ ਸਾਂਝ ਨਹੀਂ, ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਬਣਾਈ ਆਪਣੇ ਮਨ ਦੀ, ਗਵਾਇਆ, ਛੱਡ ਦਿੱਤਾ ਹੈ ਪੱਲਾ, ਧਿਆਨ ਨਹੀਂ ਦਿੱਤਾ ਗੁਰੂ ਦੀ ਗੱਲ ਵੱਲ ਵੀ ਗੁਰੂ ਕੀ ਕਹਿੰਦਾ। ਗਿਆਨ ਗਵਾਇਆ ਦੂਜਾ ਪਾਇਆ, ਜਿਹੜੇ ਗੁਰੂ ਦੇ ਦੱਸੇ ਹੋਏ ਰਾਹ ਤੋਂ ਭਟਕ ਕੇ ਹੋਰ ਰਾਹ ਦੇ ਪਾਂਧੀ ਬਣ ਗਏ ਨੇ, ਦੂਜੇ ਭਾਅ ਵਿੱਚ ਲੱਗ ਗਏ ਨੇ, ਭਾਵ ਗੁਰੂ ਦੇ ਦੱਸੇ ਹੋਏ ਤੋਂ ਉਲਟੇ ਚੱਲ ਪਏ ਨੇ। ਗਿਆਨ ਗਵਾਇਆ ਦੂਜਾ ਪਾਇਆ, ਉਹਨਾਂ ਦੀ ਦਸ਼ਾ ਕੀ ਹੈ? ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਗਰਭ ਗਲੇ, ਉਹ ਆਪਣੀ ਹਉਮੈ 'ਚ ਸੜੇ ਹੋਏ ਨੇ, ਗਲੇ ਹੋਏ ਨੇ। ਗਰਭ ਦਾ ਅਰਥ ਹੈ ਹਉਮੈ, ਹੰਕਾਰ। ਉਹ ਆਪਣੇ ਹੰਕਾਰ 'ਚ ਹੀ ਮਸਤ ਨੇ ਵੀ ਅਸੀਂ ਬੜੇ ਸਿਆਣੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਸੁਚੇਤ ਦਾ ਅਰਥ ਹੈ ਉਹ ਆਪਣੇ ਆਪ 'ਚ ਹੀ ਆਪਣੇ ਆਪ ਨੂੰ ਸਭ ਕੁਝ ਸਮਝੀ ਬੈਠੇ ਨੇ। ਉਹ ਕਹਿੰਦੇ ਨੇ, ਸਾਨੂੰ ਕੀ ਲੋੜ ਹੈ ਗੁਰੂ ਦੀ ਗੱਲ ਸੁਣਨ ਦੀ, ਸਾਨੂੰ ਕੀ ਲੋੜ ਹੈ ਕੋਈ ਚੰਗੀ ਗੱਲ, ਕੋਈ ਚੰਗਾ ਵਿਚਾਰ ਜੀਵਨ ਵਿੱਚ ਧਾਰਨ ਕਰਨ ਦੀ, ਸਾਨੂੰ ਸਭ ਪਤਾ ਹੈ, ਅਸੀਂ ਠੀਕ ਹਾਂ ਜਿਹੋ ਜਿਹੇ ਵੀ ਹਾਂ। ਕੋਈ ਮੱਤ ਦੇਵੇ ਤੇ ਬੰਦਾ ਕਹਿੰਦਾ ਮੈਂ ਠੀਕ ਹਾਂ, ਤੁਸੀਂ ਆਪਣਾ ਆਪ ਵੇਖੋ। ਇਹਦਾ ਮਤਲਬ ਇਹ ਹੁੰਦਾ ਹੈ ਕਿ ਇਨਸਾਨ ਮੱਤ ਲੈਣ ਵਾਸਤੇ ਰਾਜ਼ੀ ਨਹੀਂ, ਤਿਆਰ ਨਹੀਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ, ਗਿਆਨ ਗਵਾਇਆ, ਗੁਰੂ ਦੇ ਗਿਆਨ ਦਾ ਪੱਲਾ ਛੱਡਿਆ, ਦੂਜਾ ਭਾਇਆ, ਗੁਰੂ ਦੇ ਦੱਸੇ ਹੋਏ ਰਾਹ ਤੋਂ ਭਟਕ ਕੇ ਦੂਜੇ ਪਾਸੇ ਹੋਰ ਉਲਟੇ ਰਾਹਾਂ ਤੇ ਇਨਸਾਨ ਚੱਲ ਪਿਆ, ਆਪਣੀ ਮਨਮਰਜ਼ੀ ਨਾਲ ਕੰਮ ਕਰਦਾ ਹੈ। ਕਿਉਂ? ਗਰਭ ਗਲੇ ਭਿਖ ਖਾਇਆ। ਹਜ਼ੂਰ ਕਹਿੰਦੇ, ਹਉਮੈ ਵਿੱਚ ਸੜ ਰਿਹਾ ਦਿਨ ਰਾਤ ਵੀ ਮੈਨੂੰ ਸਭ ਪਤਾ ਹੈ, ਮੈਨੂੰ ਸਭ ਆਉਂਦਾ ਹੈ, ਮੈਂ ਸਭ ਜਾਣਦਾ। ਇਹ ਹਉਮੈ ਹੈ ਕਿ ਮੈਨੂੰ ਜ਼ਰੂਰਤ ਹੀ ਕੋਈ ਨਹੀਂ ਗੁਰੂ ਦੇ ਗਿਆਨ। ਗਰਭ ਵਿੱਚ ਗਲਿਆ ਹੋਇਆ, ਹਉਮੈ ਵਿੱਚ ਸੜਿਆ ਹੋਇਆ, ਗਰਭ ਗਲੇ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁੰਨੇ ਅੰਦਰ ਖੇਤ। ਤਿਲਾਂ ਦੇ ਬੂਟੇ ਨਾ, ਕੁਝ ਸਾਰੀ ਫਸਲ ਵੱਢ ਕੇ ਕਿਸਾਨ ਉਹਨਾਂ ਤਿਲਾਂ ਦੇ ਬੂਟੇ ਖੇਤ ਵਿੱਚ ਹੀ ਛੱਡ ਦਿੰਦਾ। ਕਿਉਂ ਭਲਾ? ਉਹ ਬਹੁਤ ਉੱਚੇ ਹੁੰਦੇ, ਬਾਕੀ ਫਸਲ ਨਾਲੋਂ ਉਹ ਬੂਟੇ ਕਈ ਵਾਰ ਉੱਚੇ ਹੁੰਦੇ ਨੇ। ਉੱਚੇ ਉਹ ਇਸ ਕਰਕੇ ਸਨ, ਕੱਦ ਉਹਨਾਂ ਦਾ ਬਹੁਤ ਉੱਚਾ ਹੈ, ਪਰ ਛੱਡ ਕਿਉਂ ਦਿੱਤੇ? ਹੈਰਾਨੀ ਦੀ ਗੱਲ ਇਹ ਸੀ, ਉਹਨਾਂ ਨੂੰ ਜਿਹੜੀਆਂ ਡੋਡੀਆਂ ਲੱਗੀਆਂ ਸਨ, ਜਿਨ੍ਹਾਂ ਦੇ ਵਿੱਚੋਂ ਫਲ ਪੈਣਾ ਸੀ, ਤਿਲ, ਉਹ ਜਦੋਂ ਉਹਨਾਂ ਨੂੰ ਖੋਲ ਕੇ ਵੇਖੀਦਾ ਤੇ ਉਹਦੇ 'ਚ ਸਵਾਹ ਹੁੰਦੀ ਹੈ, ਭਾਵ ਉਹਦੇ ਅੰਦਰ ਫਲ ਨਹੀਂ ਪੈਂਦਾ, ਕਿਉਂਕਿ ਲੋੜੀਂਦਾ ਪਾਣੀ, ਖੁਰਾਕ ਇਤਿਆਦਿਕ ਨਾ ਮਿਲੀ। ਕੱਦ ਤੇ ਉੱਚਾ ਹੋ ਗਿਆ ਪਰ ਵਿੱਚ ਫਲ ਕੋਈ ਨਹੀਂ। ਸੌਖੇ ਸੰਖੇਪ ਢੰਗ ਨਾਲ ਸਮਝਾਵਾਂ ਵੀ ਇਨਸਾਨ ਬਾਹਰੋਂ ਵੇਖਣ ਨੂੰ ਉੱਚਾ ਲੱਗਦਾ ਹੈ, ਕਈ ਵਾਰ ਬੜਾ ਸਿਆਣਾ ਲੱਗਦਾ ਹੈ, ਬੜਾ ਦਾਨਾ ਲੱਗਦਾ ਹੈ, ਬੜਾ ਧਰਮੀ ਵੀ ਲੱਗਦਾ ਹੈ, ਪਰ ਪੱਲੇ ਕੱਖ ਨਹੀਂ ਹੁੰਦਾ। ਜੋ ਬਾਹਰੋਂ ਹੈ ਉਹ ਅੰਦਰੋਂ ਨਹੀਂ। ਬਾਹਰੋਂ ਬਹੁਤ ਵੱਡਾਪਣ ਹੈ, ਅੰਦਰ ਬੜਾ ਛੋਟਾਪਨ ਹੈ, ਅੰਦਰੋਂ ਬੜਾ ਛੋਟਾ ਹੈ। ਗੁਰੂ ਸਾਹਿਬ ਕਹਿੰਦੇ ਨੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁੰਨੇ ਅੰਦਰ ਖੇਤ। ਖੇਤਾਂ ਅੰਦਰ ਛੁੱਟਿਆਂ ਕਹੋ ਨਾਨਕ ਸੌ ਨਾ। ਇਹੋ ਜਿਹੇ ਦਾਨੇ ਦੇ ਸੈਂਕੜੇ ਖਸਮ ਹੁੰਦੇ ਨੇ ਸੰਸਾਰ ਵਿੱਚ। ਥਾਂ ਥਾਂ ਤੇ ਝੁਕਦਾ ਫਿਰਦਾ ਹੈ, ਧੱਕੇ ਖਾਂਦਾ ਹੈ, ਆਪਣੀ ਪੱਤ, ਆਪਣਾ ਈਮਾਨ ਗਵਾਉਂਦਾ ਹੈ, ਪਰ ਹਉਮੈ ਵਸ ਹੋਇਆ, ਨਹੀਂ ਸੁਣਦਾ ਤੇ ਗੁਰੂ ਦੀ ਨਹੀਂ ਸੁਣਦਾ, ਬਾਕੀ ਸਾਰਿਆਂ ਦੇ ਮਗਰ ਲਾਈ ਲੱਗ ਬਣ ਕੇ ਤੁਰਿਆ ਫਿਰਦਾ ਹੈ। ਮੈਂ ਕਈ ਵਾਰ ਕਈ ਜਗ੍ਹਾ ਦੇ ਉੱਤੇ ਐਸਾ ਵੇਖਿਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਦੀ ਜਦੋਂ ਗੱਲ ਹੁੰਦੀ ਏ
ਆਹ ਕਰੋ ਆਹ ਨਾ ਕਰੋ, ਜੋ ਆਪਾਂ ਗੁਰਬਾਣੀ ਦੇ ਵਿੱਚੋਂ ਹੀ ਸਮਝਣ ਦੀ ਕੋਸ਼ਿਸ਼ ਕਰਦੇ ਆ ਨਾ, ਕਈ ਸੱਜਣ ਬੜੇ ਨਾਰਾਜ਼ ਹੋਣ। ਕਈ ਤਾਂ ਕਹਿਣਗੇ ਜੀ ਗੁਰਦੁਆਰੇ ਦਾ ਗ੍ਰੰਥੀ ਬਦਲ ਛੱਡੋ, ਇਹ ਹੁਣ ਠੀਕ ਨਹੀਂ। ਇਹ ਸਾਨੂੰ ਕਹਿੰਦਾ ਤੁਸੀਂ ਸ਼ਰਾਧ ਨਾ ਕਰੋ, ਸਾਨੂੰ ਕਹਿੰਦਾ ਸ਼ਰਾਬ ਨਾ ਪੀਓ, ਸਾਨੂੰ ਕਹਿੰਦਾ ਆ ਨਾ, ਇਹਨੂੰ ਬਦਲ ਕਿਉਂ ਨਹੀਂ ਦਿੰਦੇ? ਇਹਨੇ ਤੇ ਬਦਲਣਾ ਨਹੀਂ, ਇਸੇ ਨੂੰ ਹੀ ਬਦਲ ਦਿਓ, ਸੌਖਾ ਕੰਮ ਹੈ। ਹੁਣ ਤੁਸੀਂ ਧਿਆਨ ਦੇਣਾ, ਕਦੇ ਇਹ ਗੱਲ ਜਾ ਕੇ ਕੋਈ ਮੜੀ ਤੇ ਕਬਰ ਤੇ ਬੈਠੇ ਹੋਏ ਕਿਸੇ ਸਾਧ ਨੂੰ, ਜਿਹੜਾ ਆਪਣੇ ਆਪ ਨੂੰ ਸਾਧਕ ਹੋ, ਉੱਥੇ ਜਾ ਕੇ ਕਹਿੰਦਾ ਵੀ ਇਹਨੂੰ ਚੁੱਕੋ ਤੇ ਬਾਹਰ ਮਾਰੋ, ਇਹ ਸਾਰੇ ਲੋਕਾਂ ਨੂੰ ਮੜੀਆਂ ਪੂਜਣ ਲਾ ਰਿਹਾ? ਉੱਥੇ ਨਹੀਂ ਕਹਿੰਦਾ। 100 ਨਾ ਹੋ ਗਏ ਨਾ, ਹੋਰ ਤਾਂ ਸੈਂਕੜੇ ਖਸਮ ਨੇ, ਪਰ ਜਿੱਥੋਂ ਚੰਗੀ ਗੱਲ ਮਿਲਣੀ ਸੀ ਉੱਥੇ ਬੰਦਾ ਆ ਕੇ ਅੱਖਾਂ ਕੱਢਦਾ, ਗੁੱਸਾ ਕਰਦਾ। ਇਹਦਾ ਮਤਲਬ ਹੈ ਬੰਦਾ ਬਿਮਾਰ ਹੀ ਇੰਨਾ ਹੈ ਵੀ ਇਹਨੂੰ ਦਵਾਈ ਵੀ ਢਾਹ ਕੇ ਹੀ ਦੇਣੀ ਪੈਂਦੀ ਹੈ, ਸਿੱਧੇ ਢੰਗ ਨਾਲ ਤਾਂ ਦਵਾਈ ਵੀ ਖਾਣ ਲਈ ਰਾਜ਼ੀ ਨਹੀਂ ਹੈ। ਇਹ ਰੋਗ ਹੈ ਸਾਡੇ ਅੰਦਰ। ਮੈਂ ਸੈਂਕੜੇ ਲੋਕ ਵੇਖੇ ਨੇ ਐਸੇ ਇਸ ਲਾਈਨ ਦੇ ਵਿੱਚ, ਜਿਨ੍ਹਾਂ ਨੂੰ ਗੁਰੂ ਦੀ ਗੱਲ ਚੰਗੀ ਨਾ ਲੱਗੇ, ਜਾਂ ਉਹ ਪ੍ਰਬੰਧਕ ਨਾਲ ਲੜਨਗੇ, ਜਾਂ ਸੇਵਾਦਾਰ ਨਾਲ ਲੜਨਗੇ, ਜਾਂ ਪ੍ਰਚਾਰਕ ਨਾਲ ਲੜਨਗੇ, ਜਾਂ ਗ੍ਰੰਥੀ ਨਾਲ ਲੜਨਗੇ। ਗੱਲ ਕੀ ਹੁੰਦੀ ਹੈ ਵੀ ਉਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ। ਪ੍ਰੋਬਲਮ ਇਹ ਹੈ, ਉਹੋ ਹੀ ਬੰਦੇ ਕਿਸੇ ਬਾਬੇ ਦੇ ਗੋਡੇ ਘੁੱਟਦੇ, ਪੈਰ ਘੁੱਟਦੇ ਵੇਖੇ ਜਾ ਸਕਦੇ ਨੇ। ਵੀ ਕਮਾਲ ਹੈ, ਇੱਥੇ ਤੁਹਾਨੂੰ ਕਿਹੜੀ ਇੱਜ਼ਤ ਮਿਲੀ ਹੈ ਜਿਹੜਾ ਤੁਸੀਂ ਆ ਕੇ ਪੈਰੀਂ ਡਿੱਗ ਪਏ? ਉਹੀ ਬੰਦੇ, ਉਹ ਬੰਦੇ ਮੜੀਆਂ ਤੇ ਮੱਥਾ ਟੇਕਣਗੇ, ਕਬਰਾਂ ਤੇ ਜਾਣਗੇ, ਹੋ ਰੂਲ ਜਲੂਲ ਸਭ ਦੁਨੀਆ ਜਹਾਨ ਦੇ ਕਰਮਕਾਂਡ ਕਰਨਗੇ, ਪਰ ਜਦੋਂ ਉਹਨਾਂ ਉੱਥੇ ਕੋਈ ਗੁੱਸਾ ਨਹੀਂ ਆਉਂਦਾ ਵੀ ਸਾਡੇ ਕੋਲੋਂ ਕੀ ਕਰਵਾਇਆ ਜਾ ਰਿਹਾ, ਜਾਂ ਅਸੀਂ ਇਹ ਨਹੀਂ ਕਰਨਾ, ਨਾ ਵੀ ਨਹੀਂ। ਪਰ ਜਦੋਂ ਉਹਨਾਂ ਨੂੰ ਗੁੱਸਾ ਆਉਂਦਾ ਹੈ, ਨਾਮ ਸੁਨਤ ਆਵੈ ਮਨ ਰੋਹੈ, ਗੁਰੂ ਦੀ ਗੱਲ ਸੁਣ ਕੇ ਹੀ ਆਉਂਦਾ। ਕਿਉਂਕਿ ਗੁਰੂ ਨੇ ਕਿਹੜਾ ਵੋਟ ਲੈਣੀ ਹੈ, ਨਾ ਗੁਰੂ ਨੇ ਨੋਟ ਲੈਣੇ ਨੇ। ਗੁਰੂ ਨੇ ਤਾਂ ਜੀਵਨ ਨੂੰ ਸਵਾਰਨਾ ਹੈ। ਗੁਰੂ ਨੇ ਤੇ ਖਰਾ ਸੱਚ ਸ਼ੀਸ਼ੇ ਵਾਂਗ ਸਾਨੂੰ ਸਾਡੀ ਤਸਵੀਰ ਵਿਖਾ ਦੇਣੀ ਹੈ। ਇਸ ਕਰਕੇ ਬੰਦਾ ਆਪਣਾ ਆਪ ਵੇਖਣ ਤੋਂ ਤਰਬਕਦਾ, ਡਰਦਾ। ਗੁਰੂ ਕਹਿੰਦੇ ਨੇ ਹੰਕਾਰ ਚ, ਇਸ ਕਰਕੇ ਨਹੀਂ ਸੁਣਦਾ। ਗੁਰੂ ਸਾਡੀ ਬੁੱਧੀ ਨੂੰ ਨਾਪ ਕੇ ਵੇਖਦਾ ਹੈ, ਕਿਉਂਕਿ ਗੁਰੂ ਵੈਦ ਹੈ ਨਾ, ਡਾਕਟਰ ਹੈ। ਗੁਰੂ ਕਹਿੰਦਾ ਇਹਨੂੰ ਹੰਕਾਰ ਦੀ ਬਿਮਾਰੀ ਏ, ਇਸ ਕਰਕੇ ਨਹੀਂ ਸੁਣਦਾ। ਹਉਮੈ ਹੈ ਇਹਦੇ ਅੰਦਰ, ਹਉਮੈ ਚੰਬੜੀ ਹੋਈ ਹੈ ਇਸ ਨੂੰ, ਤਾਂ ਨਹੀਂ ਸੁਣਦਾ। ਇਹ ਗਰਭ ਗਲੇ ਬਿਖ ਖਾਇਆ, ਇਹ ਮਾਇਆ ਦਾ ਜ਼ਹਿਰ ਖਾ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਵਿਕਾਰਾਂ ਦੇ ਜ਼ਹਿਰ ਨੂੰ ਦਿਨ ਰਾਤ ਗਟ-ਗਟ ਕਰਕੇ ਪੀ ਰਿਹਾ ਹੈ। ਇਹਨੂੰ ਜ਼ਹਿਰ ਪੀਣ ਦੀ ਆਦਤ ਬੜੀ ਪੁਰਾਣੀ ਪੈ ਗਈ ਹੈ। ਇਸ ਕਰਕੇ ਇਹ ਗੁਰੂ ਦੇ ਸ਼ਬਦ ਅੰਮ੍ਰਿਤ ਨੂੰ ਕੌੜਾ ਸਮਝਦਾ ਹੈ। ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਕਤ ਕੀ ਬਿਧ ਨੈਨੋ ਡੀਠੀ। ਇਹਨੂੰ ਜ਼ਹਿਰ ਮਿੱਠਾ ਲੱਗਦਾ ਕਿਉਂਕਿ ਆਦਤ ਬਣ ਗਈ ਹੈ ਪੀਣ ਦੀ, ਅੰਮ੍ਰਿਤ ਕੌੜਾ ਲੱਗਦਾ ਕਿਉਂਕਿ ਆਦਤ ਨਹੀਂ ਬਣੀ। ਇਹ ਫਰਕ ਹੈ। ਸੁਭਾਅ ਜਿਹੋ ਜਿਹਾ ਬਣ ਜਾਏ, ਉਹੋ ਜੀ ਚੀਜ਼ ਹੀ ਬੰਦੇ ਨੂੰ ਚੰਗੀ ਲੱਗਦੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਹਜ਼ੂਰ ਆਖਦੇ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ, ਗੈਰ ਗੰਭੀਰ ਗਵਾਇਆ। ਐਸੇ ਸ਼ਖਸ ਨੂੰ, ਐਸੇ ਵਿਅਕਤੀ ਨੂੰ, ਐਸੇ ਜੀਵ ਨੂੰ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ। ਇਹਦਾ ਵਿਸਰਾਮ ਇੱਥੇ ਲੱਗੇਗਾ, ਸੁਣੀਐ ਤੇ। ਗੁਰੂ ਦੇ ਸ਼ਬਦ ਦਾ ਰਸ, ਗੁਰ ਰਸ ਗੀਤ, ਗੁਰੂ ਦੇ ਸ਼ਬਦ ਦਾ ਰਸ। ਬਾਦ ਦਾ ਅਰਥ ਹੈ ਗੁਰੂ ਦੇ ਉਪਦੇਸ਼ ਦੀ ਗੱਲ। ਨਹੀਂ ਭਾਵੈ ਸੁਣੀਐ, ਸੁਣਨ ਲਈ ਵੀ ਚੰਗੀ ਨਹੀਂ ਲੱਗਦੀ। ਗੁਰੂ ਨੇ ਅਗਲੀ ਗੱਲ ਵੀ ਸਪਸ਼ਟ ਕਰ ਦਿੱਤੀ, ਕਹਿੰਦੇ ਗੁਰੂ ਦੀ ਗੱਲ ਸੁਣਨੀ ਤੇ ਗੁਰੂ ਦੇ ਸ਼ਬਦ ਦਾ ਰਸ, ਇਹ ਦੋਵੇਂ ਗੱਲਾਂ ਹੀ ਚੰਗੀਆਂ ਨਹੀਂ ਲੱਗੀਆਂ। ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ। ਬਾਦ ਦਾ ਅਰਥ ਹੁੰਦਾ ਬੋਲਣਾ, ਕਹਿਣਾ, ਉਪਦੇਸ਼ ਦੇਣਾ, ਮੱਤ ਦੇਣੀ। ਗੁਰ ਰਸ ਗੀਤ ਦਾ ਅਰਥ ਹੈ ਗੁਰੂ ਦੇ ਗੀਤ, ਗੁਰੂ ਦੇ ਸ਼ਬਦ ਦਾ ਰਸ ਕੋਈ ਨਹੀਂ। ਸਵਾਦ ਨਹੀਂ ਜ਼ਿੰਦਗੀ ਨੂੰ ਚੰਗਾ ਲੱਗਦਾ, ਨਾ ਹੀ ਗੁਰੂ ਦਾ ਉਪਦੇਸ਼ ਚੰਗਾ ਲੱਗਦਾ ਹੈ। ਕੰਨਾਂ ਨੂੰ ਸੁਣਨਾ ਵੀ ਭਾਉਂਦਾ ਨਹੀਂ, ਮਾੜਾ ਲੱਗਦਾ ਹੈ। ਕੰਨਾਂ ਨੂੰ ਵੀ ਸੁਣਨਾ ਚੰਗਾ ਨਹੀਂ ਲੱਗਦਾ। ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣੀਐ। ਹੁਣ ਭਾਉਂਦਾ ਕਿਉਂ ਨਹੀਂ? ਇਹਦਾ ਕਾਰਨ ਗੁਰੂ ਨਾਨਕ ਮਹਾਰਾਜ ਪਹਿਲਾਂ ਦੱਸ ਆਏ ਨੇ ਕਿ ਬੰਦੇ ਦੇ ਅੰਦਰ ਇੱਕ ਹਉਮੈ ਦੀ ਬਿਮਾਰੀ ਹੈ, ਹੰਕਾਰ ਦਾ ਰੋਗ ਹੈ, ਜਿਹੜਾ ਇਹਨੂੰ ਸੁਣ ਨਹੀਂ ਦਿੰਦਾ, ਜਿਹਨੇ ਦਾ ਟੇਸਟ ਬਦਲ ਕੇ ਰੱਖ ਦਿੱਤਾ। ਉਹ ਬੰਦੇ ਨੂੰ ਬੁਖਾਰ ਹੋਵੇ, ਦੁੱਧ ਮਿੱਠਾ ਪਾ ਕੇ, ਖੰਡ ਪਾ ਕੇ ਦਿਓ, ਹੁਣ ਬੁਖਾਰ ਨਾਲ ਮੂੰਹ ਦਾ ਸਵਾਦ, ਟੇਸਟ ਬਦਲ ਜਾਂਦਾ ਹੈ, ਤੇ ਬੰਦਾ ਉਹਨਾਂ ਘੁੱਟ ਭਰਦਾ ਤੇ ਕਹਿੰਦਾ ਮੈਂ ਨਹੀਂ ਪੀਣਾ, ਤੇ ਕੌੜਾ ਹੈ।
ਸਾਰਾ ਪਰਿਵਾਰ ਕਹੇਗਾ ਵੀ ਸਾਰਿਆਂ ਨੇ ਪੀਤਾ ਤੇ ਕੌੜਾ ਥੋੜੀ ਹੈ, ਦੁੱਧ ਵੀ ਮਿੱਠਾ, ਖੰਡ ਵੀ ਪਾਈ, ਹੋਰ ਮਿਠਾਸ ਬਣ ਗਈ, ਕੌੜਾ ਨਹੀਂ, ਪੀ ਲੈ, ਚੰਗਾ ਹੈ ਤੇਰੀ ਸਿਹਤ ਲਈ। ਉਹ ਕਹੇਗਾ ਨਹੀਂ ਕੌੜਾ ਹੈ। ਹੁਣ ਦੁੱਧ ਕੌੜਾ ਨਹੀਂ ਹੁੰਦਾ, ਬੰਦੇ ਦਾ ਆਪਣਾ ਸਵਾਦ ਹੀ ਮੂੰਹ ਦਾ ਖਰਾਬ ਹੁੰਦਾ ਹੈ ਬੁਖਾਰ ਨਾਲ, ਤਾਪ ਨਾਲ, ਪਰ ਗਲਤੀ ਬੰਦਾ ਕੱਢਦਾ ਦੁੱਧ ਕੌੜਾ ਹੈ। ਆਪਣੇ ਮੂੰਹ ਦਾ ਸਵਾਦ ਬਦਲ ਜਾਣ ਨਾਲ ਉਹ ਦੁੱਧ ਚੰਗਾ ਨਹੀਂ ਲੱਗਦਾ, ਕਸੈਲਾ ਲੱਗਦਾ ਹੈ, ਬਕਬਕਾ ਲੱਗਦਾ ਹੈ, ਕਿਉਂਕਿ ਬਿਮਾਰੀ ਹੈ ਅੰਦਰ, ਤਾਂ ਮੂੰਹ ਦਾ ਸਵਾਦ ਬਦਲ ਗਿਆ ਔਰ ਮਿੱਠਾ ਦੁੱਧ ਵੀ ਕੌੜਾ ਲੱਗਣ ਲੱਗ ਪਿਆ। ਇਹ ਆਪਣੇ ਅੰਦਰ ਦੀ ਬਿਮਾਰੀ ਕਰਕੇ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਰੋਗ ਹੈ ਸਾਡੇ ਅੰਦਰ ਹਉਮੈ ਦਾ, ਹੰਕਾਰ ਦਾ,